ਸਤਿ ਸ਼੍ਰੀ ਅਕਾਲ। ਸਾਡੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਨੇਜਾ ਤੇ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਅੱਜ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਗੱਲ ਤੁਹਾਡੀ ਕਰਾਂਗੇ, ਅਸੀਂ ਗੱਲ ਸਾਡੀ ਕਰਾਂਗੇ, ਅਸੀਂ ਗੱਲ ਸਮਾਜ ਦੀ ਕਰਾਂਗੇ, ਕਿਉਂਕਿ ਸਮਾਜ ਦੀ ਗੱਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਅਸੀਂ ਦੇਖਦੇ ਤਾਂ ਹਾਂ ਕਿ ਸਮਾਜ ਦੇ ਵਿੱਚ ਕੁਰੀਤੀਆਂ ਚੱਲ ਰਹੀਆਂ ਨੇ, ਸਮਾਜ ਪੁੱਠੇ ਪਾਸੇ ਜਾ ਰਿਹਾ ਹੈ। ਅਸੀਂ ਅਕਸਰ ਜ਼ਿਕਰ ਕਰਦੇ ਹਾਂ ਜਿਸ ਟਾਈਮ 4 ਜੀ ਘਰ ਦੇ ਬੈਠੇ ਹੋਈਏ ਜਾਂ ਦੋਸਤਾਂ ਯਾਰਾਂ ਦੇ ਨਾਲ ਬੈਠੇ ਹੋਈਏ, ਲੇਕਿਨ ਉਸ ਸਮਾਜ ਨੂੰ ਸੁਧਾਰਿਆ ਕਿਸ ਤਰੀਕੇ ਦੇ ਨਾਲ ਜਾ ਸਕਦਾ, ਆਖਰਕਾਰ ਉਸ ਦੇ ਕਾਰਨ ਕੀ ਨੇ, ਉਸ ਬਾਬਤ ਚਰਚਾ ਕਰਨਾ ਵੀ ਬੇहद ਜ਼ਿਆਦਾ ਜ਼ਰੂਰੀ ਹੈ। ਅੱਜ ਵੀ ਇਸ ਪ੍ਰੋਗਰਾਮ ਦੇ ਦੌਰਾਨ ਉਚੇਚੇ ਤੌਰ ਤੇ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਜੁੜੇ ਰਹਿਣਗੇ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਜੁੜ ਰਹੇ ਹਾਂ ਗੈਂਗਸਟਰਿਜ਼ਮ, ਅਸੀਂ ਨਾ ਸੁਣ ਰਹੇ ਹਾਂ ਗੈਂਗਸਟਰਵਾਦ ਦਾ, ਗੈਂਗਸਟਰਸ ਦਾ। ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਤਾਦਾਦ ਨੌਜਵਾਨਾਂ ਦੀ ਹੈ, ਯੰਗਸਟਰਸ ਦੀ ਹੈ, ਨਾਬਾਲਗ ਦੀ ਹੈ। ਆਖਰਕਾਰ ਕਾਰਨ ਕੀ ਨੇ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਗੈਂਗਸਟਰ ਵੱਲ ਨੂੰ ਵੱਧਦੀ ਹੋਈ ਨਜ਼ਰ ਆ ਰਹੀ ਹੈ ਜਾਂ ਉਹਨਾਂ ਦਾ ਰੁਝਾਨ ਇਹਨਾਂ ਕੰਮਾਂ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ। ਸੋ ਅੱਜ ਇਹ ਮਾਨਸਿਕਤਾ, ਇਸ ਦੇ ਕਾਰਨ, ਇਸ ਦੇ ਤੱਥ ਜੋ ਨੇ ਉਹ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਮੈਡਮ ਦਾ ਸਵਾਗਤ ਕਰਦੇ ਹਾਂ। ਮੈਂ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਨੂੰ ਜਿੰਨੇ ਵੀ ਵੇਖ ਸੁਣ ਸਕਦੇ ਵੀ ਸਭਨਾਂ ਨੂੰ ਨਿੱਕੀ ਫਤਿਹ ਜੀ। ਬਹੁਤ ਸੁਣ ਰਹੇ ਹਾਂ, ਕਾਫੀ ਲੰਬੇ ਸਮੇਂ ਤੋਂ ਸੁਣ ਰਹੇ ਹਾਂ ਗੈਂਗਸਟਰਵਾਦ, ਗੈਂਗਸਟਰਿਜ਼ਮ। ਔਰ ਅਗਰ ਜੇਕਰ ਉਮਰ ਤਰਾਸ਼ੀ ਜਾਵੇ, ਉਮਰ ਵੇਖੀ ਜਾਵੇ 21 ਸਾਲ, 22 ਸਾਲ, 19 ਸਾਲ, 17 ਸਾਲ, ਕਾਰਨ ਕਿਉਂ ਇੰਨੀ ਘੱਟ ਉਮਰੇ? ਜਿਸ ਉਮਰੇ ਅਸੀਂ ਕਹਿੰਦੇ ਹਾਂ ਕਿ ਅਸੀਂ ਇਸ ਸੁਪਨਿਆਂ ਦੀ ਉਡਾਰੀ ਭਰਨੀ ਹੈ, ਅਸੀਂ ਆਪ ਪਰਵਾਜ਼ ਭਰਨੀ ਹੈ, ਡਾਕਟਰ, ਟੀਚਰ, ਇੰਜੀਨੀਅਰ ਜਾਂ ਹੋਰ ਕੁਝ ਆਪਣੀ ਕਿਸੇ ਹੋਰ ਮਨਪਸੰਦ ਦੀ ਫੀਲਡ ਦੇ ਵਿੱਚ ਜਾਣਾ, ਉੱਥੇ ਬੱਚਿਆਂ ਦੇ ਹੱਥਾਂ ਦੇ ਵਿੱਚ ਗੋਲੀਆਂ, ਬੰਦੂਕਾਂ, ਰਾਈਫਲਾਂ। ਜੀ ਬਿਲਕੁਲ। ਇਸ ਮਾਨਸਿਕਤਾ ਨੂੰ ਸਮਝਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹਾਰਮੋਨ ਦੀ ਗੱਲ ਦੱਸਣਾ ਚਾਹਾਂਗੀ। ਸਾਡੇ ਸਰੀਰ ਅੰਦਰ ਡੋਪਾਮੀਨ ਇੱਕ ਰਸ ਹੁੰਦਾ ਹੈ ਜੋ ਰਿਵਾਰਡ ਸਾਨੂੰ ਦਿੰਦਾ ਹੈ ਕਿ ਯਾਨੀ ਕੁਝ ਕੀਤਾ ਜਾਵੇ ਜਿਹਦੇ ਲਈ ਸਾਨੂੰ ਉਹਦੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਅਸੀਂ ਇਹ ਕੀਤਾ, ਅਸੀਂ ਕੁਝ ਅਚੀਵ ਕਰ ਲਿਆ। ਸਾਨੂੰ ਉਹਦੇ ਲਈ ਆਪਣੇ ਆਪ ਨੂੰ ਹੀ ਸਾਡਾ ਸਰੀਰ ਸ਼ਾਬਾਸ਼ੀ ਦਿੰਦਾ, ਇੱਕ ਰਿਵਾਰਡ ਸਿਸਟਮ ਕਾਇਮ ਕਰ ਲੈਂਦਾ। ਸੋ ਇਹਦਾ ਕੰਮ ਦਰਅਸਲ ਕਿਸੇ ਚੀਜ਼ ਤੋਂ ਕਿਵੇਂ ਆਪਣੇ ਆਪ ਨੂੰ ਖੁਸ਼ ਕਰਨਾ ਜਾਂ ਕਿਵੇਂ ਆਪਣੇ ਆਪ ਨੂੰ ਉੱਚਾ ਚੁੱਕਣਾ ਜਾਂ ਕਿਵੇਂ ਸਾਡਾ ਸਾਰਾ ਕੰਮਕਾਰ, ਸਾਡੇ ਕੰਟਰੋਲਸ, ਸਾਰਾ ਕੁਝ ਕਿਵੇਂ ਉਹਨੇ ਮੈਨੇਜ ਕਰਨਾ, ਇਹ ਸਾਰਾ ਕੁਝ ਕਿਵੇਂ ਆਦੀ ਬਣਾਉਣਾ। ਮਿਸਾਲ ਵਜੋਂ ਸਿਗਰਟ ਸਮੋਕਿੰਗ ਦੀ ਗੱਲ ਕਰਦੇ ਹਾਂ। ਲਗਭਗ ਤੁਸੀਂ ਜਿੰਨੀਆਂ ਕਿ ਤੁਸੀਂ ਕਹਿ ਲਓ ਕਿ ਸਿਗਰਟ ਸ਼ੁਰੂ ਕਰਦੇ ਨੇ, ਸਰੀਰ ਅੰਦਰੋਂ ਜਦੋਂ ਡੋਪਾਮੀਨ ਨਿਕਲਦਾ ਤਾਂ ਉਹ ਸਾਨੂੰ ਮਤਲਬ ਜਿਹੜਾ ਵੀ ਪੀ ਰਿਹਾ ਉਹਨੂੰ ਇੰਨੀ ਕੁ ਖੁਸ਼ੀ ਮਹਿਸੂਸ ਕਰਵਾ ਲੈਂਦਾ, ਉਹਦੇ ਕੰਮਕਾਰ ਦੇ ਢੰਗ ਦੇ ਤਰੀਕਿਆਂ ਵਿੱਚ, ਉਹਦਾ ਮੋਟਰ ਕੰਟਰੋਲ, ਉਹਦੀ ਕਿਸ ਤਰੀਕੇ ਦੀ ਅਰਾਊਜ਼ਲ, ਉਹਦਾ ਖਿੱਚਿਆ ਜਾਣਾ ਉਸ ਪਾਸੇ ਨਾਲ, ਫਿਰ ਉਹਨੂੰ ਬੜਾ ਆਪਣੇ ਆਪ ਨੂੰ ਉਹਨੂੰ ਸ਼ਾਬਾਸ਼ੀ ਦੇਣੀ ਵੀ ਬਹੁਤ ਵਧੀਆ ਮੈਨੂੰ ਲੱਗ ਰਿਹਾ, ਬਹੁਤ ਹੀ ਅੱਛਾ ਮਹਿਸੂਸ ਹੋ ਰਿਹਾ। ਤਾਂ ਉਹ ਉਹਨੂੰ ਹੌਲੀ ਹੌਲੀ ਅਡਿਕਸ਼ਨ ਵੱਲ ਲੈ ਜਾਂਦਾ ਕਿ ਮੈਂ ਜਦੋਂ ਉਹ ਪੀਣਾ ਤਾਂ ਮੇਰੀ ਡੋਪਾਮੀਨ ਸਰੀਰ ਅੰਦਰੋਂ ਨਿਕਲਦੀ ਹੈ ਤਾਂ ਮੈਨੂੰ ਇਹਦੇ ਨਾਲ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਮੈਂ ਇਹ ਹੋਰ ਲੈਣਾ, ਕ੍ਰੇਵਿੰਗ ਹੋਣ ਲੱਗ ਜਾਂਦੀ ਹੈ, ਮੈਂ ਲੈਣੀ ਹੈ। ਹੁਣ ਇਹ ਥੋੜਾ ਜਿਹਾ ਜੋ ਖੋਜ ਸਾਬਤ ਹੋ ਚੁੱਕੀ, ਮੈਂ ਉਹਦੇ ਅੰਸ਼ ਦਿੰਨੀ ਆ ਤੇ ਜਿੰਨੇ ਕੁ ਰੋਜ਼ ਅਸੀਂ, ਜੋ ਕਿ ਉਹਦੇ ਮੇਰਾ ਖਿਆਲ ਹੈ ਨੁਕਸਾਨ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਉਹਨੂੰ ਦੱਸਣ ਦੀ ਲੋੜ ਕਿ ਕਿਵੇਂ ਫੇਫੜੇ ਦਾ ਕੈਂਸਰ ਕਰਦਾ ਹੈ, ਕਿਵੇਂ ਉਹ ਨਾਸ ਮਾਰਦਾ, ਸਰੀਰ ਨੂੰ ਖੋਖਲਾ ਕਰਦਾ ਸਿਗਰਟ। ਪਰ ਜਿੰਨੀਆਂ ਸਾਡੀਆਂ 60 ਸਿਗਰਟਾਂ ਦੇ ਕਰੀਬ ਰੋਜ਼ ਪੀਣ ਨਾਲ ਜਿੰਨੀ ਡੋਪਾਮੀਨ ਨਿਕਲਦੀ ਹੈ ਜੋ ਸਾਨੂੰ ਉਹਨੂੰ ਆਦੀ ਬਣਾਉਂਦੀ ਜੇ, ਉਨੀ ਕੁ ਤੁਸੀਂ ਰੋਜ਼ ਦੇ 3 ਘੰਟੇ ਮੋਬਾਈਲ ਜਾਂ ਇੰਟਰਨੈਟ ਤੇ ਕੰਮ ਕਰਨ ਨਾਲ ਉਨੀ ਕੁ ਹੀ ਡੋਪਾਮੀਨ ਕੱਢ ਲੈਂਦੇ। ਤੁਰੰਤ ਪਹਿਲਾਂ ਤਾਂ ਇਹ ਸਮਝੀਏ ਕਿ ਇਹ ਬੱਚੇ ਜੋ ਉਸ ਡੋਪਾਮੀਨ ਰਿਲੀਜ਼ ਨਾਲ ਕਿਸ ਕਦਰ ਅਸੀਂ ਮਾਨਸਿਕ ਰੋਗੀ ਬਣਾ ਦਿੱਤੇ, ਆਦੀ ਬਣਾ ਦਿੱਤੇ ਕਿ ਤੁਸੀਂ ਜੋ ਖੋਜ ਵਿੱਚ ਲਿਖਿਆ, ਮੈਂ ਇਨਵਿਨ ਪੜ੍ਹ ਕੇ ਦੱਸਦੀ ਹਾਂ ਕਿ ਜਿੰਨੀ ਕੁ ਉਹਨਾਂ ਨੂੰ ਇਸ ਦੇ ਵਿੱਚੋਂ ਸਵਾਦ ਆਉਂਦਾ ਜੇ ਕੋਈ ਚੀਜ਼, ਡਰੱਗ ਜਾਂ ਕਿਸੇ ਚੀਜ਼ ਨੂੰ ਸੁੰਘਣ ਵਿੱਚ, ਜਾਂ ਕੋਈ ਇਹ ਜਿਵੇਂ ਤੁਸੀਂ ਪੈਟਰੋਲ ਵਗੈਰਾ ਨੂੰ ਉਹਨੂੰ ਸਨਿਫਿੰਗ ਕਰਨੀ, ਉਹਨੂੰ ਸੁੰਘਣਾ, ਜਾਂ ਤੁਸੀਂ ਬੇਕਿੰਗ ਹੋ ਰਹੀ ਹੈ ਉਹਦੇ ਨਾਲ ਨੱਕ ਲਾ ਕੇ, ਕੁਝ ਜਿਵੇਂ ਓਵਨ 'ਚ ਕੁਝ ਕੁਕਿੰਗ ਹੋ ਰਹੀ, ਕੁਝ ਉਹਦੇ ਨਾਲ ਨੱਕ ਲਾ ਕੇ ਉਹ ਚੀਜ਼ਾਂ ਨੂੰ ਆਪਣੇ ਆਪ ਨੂੰ ਸਟਿਮੂਲੇਸ਼ਨ ਕਰਨਾ, ਜਾਂ ਸਰੀਰਕ ਸੰਬੰਧ ਬਣਾਉਣ ਤੱਕ, ਯਾਨੀ ਡਰੱਗਸ ਤੋਂ ਸਰੀਰਕ ਸੰਬੰਧ ਤੱਕ ਹਰ ਚੀਜ਼ ਜੋ ਤੁਸੀਂ ਸਮਝ ਸਕਦੇ ਹੋ ਕਿ ਸਿਗਰਟ ਦੇ ਨਾਲ
ਤੋ ਜਿੰਨੀ ਉਹ ਸਾਰੀਆਂ ਚੀਜ਼ਾਂ ਤੋਂ ਆਦਤ ਉਹਨਾਂ ਦੀ ਵਿਗੜਦੀ ਜੇ ਜਾਂ ਉਹਨਾਂ ਨੂੰ ਆਦੀ ਬਣਾਉਂਦੀ ਜੇ, ਤੁਸੀਂ ਸਮਝ ਲਓ 3 ਘੰਟੇ ਦਾ ਮੋਬਾਈਲ ਜਾਂ ਇੰਟਰਨੈਟ ਕਿੰਨੀ ਕੁ ਉਹਨਾਂ ਦੇ ਅੰਦਰ ਡੋਪਾਮੀਨ ਰਿਲੀਜ਼ ਕਰਦਾ ਹੋਏਗਾ ਕਿ ਉਹ ਉਹਨਾਂ ਨੂੰ ਇਸ ਕਦਰ ਆਦੀ ਬਣਾ ਦਿੰਦਾ, ਇਸ ਕਦਰ ਉਹਦੇ ਨਾਲ ਜੋੜ ਦਿੰਦਾ ਕਿ ਉਹ ਫਿਰ ਕਿਤੇ ਰੁਕਦਾ ਨਹੀਂ ਬੱਚਾ। ਉਹ ਲਗਾਤਾਰ ਉਹਦੇ ਵਿੱਚ ਇਸ ਤਰੀਕੇ ਖੁੱਭ ਜਾਂਦਾ ਹੈ ਕਿ ਉਹਦੀਆਂ ਜੋ ਸਦਰਾਂ ਜਾਂ ਜੋ ਕਹਿ ਲਓ ਕਿ ਬਚਪਨਾ ਉਹਦੇ ਵਿੱਚ ਖਤਮ ਹੋ ਜਾਂਦਾ। ਯਾਨੀ ਉਹ ਬੱਚਾ, ਮੈਂ ਥੋੜੀ ਜਿਹੀ ਤੁਹਾਨੂੰ ਬੇਸ ਸਮਝਾਉਣਾ ਚਾਹਨੀ ਹਾਂ ਜੋ ਕਿ ਵਿਸ਼ਵ ਪੱਧਰ ਤੇ ਸਾਬਤ ਹੋ ਚੁੱਕੇ ਨੇ, ਜਿੱਥੇ ਅਸੀਂ ਧਿਆਨ ਨਹੀਂ ਦੇ ਰਹੇ ਕਿ ਕੀ ਕੁਝ ਕਰਨ ਦੀ ਲੋੜ ਹੈ। ਯਾਨੀ ਉਹ ਬੱਚਾ ਜਿਸ ਨੂੰ ਉਸ ਚੀਜ਼ ਤੇ ਹੀ ਮਜ਼ਾ ਆਉਣਾ ਸੀ ਕਿ ਮਾਪਿਓ ਸੁੱਤੇ ਨੇ ਤੇ ਮੈਂ ਚੋਰੀ ਨਾਲ ਭੱਜ ਕੇ ਤੇ ਆਪਣੇ ਦੋਸਤਾਂ ਨਾਲ ਬੰਟੇ ਖੇਡ ਆਵਾਂ, ਮੈਂ ਚੋਰੀ ਨਾਲ ਭੱਜ ਕੇ ਕ੍ਰਿਕਟ ਖੇਡ ਆਵਾਂ, ਫੁੱਟਬਾਲ ਖੇਡ ਆਵਾਂ, ਜਾਂ ਮੈਂ ਬੈਡਮਿੰਟਨ ਖੇਡ ਆਵਾਂ। ਨਹੀਂ, ਆਪਣੇ ਬੱਚਿਆਂ ਦੇ ਸਾਥ ਜੋ ਹਾਣ ਦੇ ਵਿੱਚੋਂ ਉਹਨੇ ਖੁਸ਼ੀ ਭਾਲਣੀ ਸੀ, ਜਾਂ ਜੋ ਵਧੀਆ ਪੇਂਟਿੰਗ ਕਰਕੇ ਉਹਨੇ ਕੁਝ ਕੱਢਣਾ ਸੀ, ਵਧੀਆ ਫੋਟੋਗ੍ਰਾਫੀ ਸਿੱਖਣੀ ਸੀ, ਕਿਸ ਤਰੀਕੇ ਕੁਦਰਤ ਨਾਲ ਉਹਨੇ ਜੁੜਨਾ ਸੀ ਕਿ ਮੈਂ ਆ ਫੁੱਲ ਖਿੜਦੇ ਦੇਖਣਾ ਹੈ, ਜਾਂ ਮੈਂ ਬਾਹਰ ਆਪਣਾ ਪੈਟ ਹੈ ਮੈਂ ਉਹਦੇ ਨਾਲ ਕਿਸ ਤਰੀਕੇ ਖੇਡਣਾ ਹੈ, ਸਾਂਝ ਗੰਢਣੀ ਹੈ। ਸੋ ਉਹ ਚੀਜ਼ਾਂ, ਜਾਂ ਮੈਂ ਸਾਈਕਲ ਚਲਾਣਾ ਹੈ, ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਪਿਛਾਂਹ ਧੱਕ ਕੇ ਜਿਸ ਤਰੀਕੇ ਦੇ ਮੋਬਾਈਲ ਰਾਹੀਂ ਅਸੀਂ ਉਹਨਾਂ ਦੇ ਮਨਾਂ ਅੰਦਰ ਖਿੱਚ ਜਾਂ ਕੁਝ ਪਾ ਲੈਣ ਦੀ ਚਾਹ, ਜਾਂ ਕਿਸ ਤਰੀਕੇ ਆਪਣੇ ਆਪ ਨੂੰ ਉਭਾਰਨਾ ਦੇ ਵਿੱਚ ਉਹਨਾਂ ਦਾ ਬਚਪਨ ਖਤਮ ਕਰ ਦਿੱਤਾ, ਜਿੱਥੇ ਦੇਸ਼ ਪ੍ਰੇਮ ਦੇ ਗੀਤ ਤੋਂ ਲੈ ਕੇ ਮਾਂ ਪਿਓ ਨਾਲ ਕਿਸ ਤਰੀਕੇ ਦੀ ਸਾਂਝ ਗੰਢੀ ਜਾਣੀ ਸੀ, ਜਾਂ ਫਿਰ ਕਿਸ ਤਰੀਕੇ ਉਸ ਬੱਚੇ ਨੇ ਆਪਣੇ ਅਨਭੋਲ ਜੋ ਉਹਦੇ ਖਿਆਲ ਸਨ ਉਹਨਾਂ ਰਾਹੀਂ ਕੀ ਕੁਝ ਅਜੀਬ ਕਰ ਲੈਣਾ ਸੀ, ਉਹ ਸਾਰਾ ਕੁਝ ਖਤਮ ਕਰਕੇ ਅਸੀਂ ਬੱਚਿਆਂ ਨੂੰ ਕੋਈ ਏਮ ਨਾ ਦੇ ਕੇ ਜ਼ਿੰਦਗੀ ਦਾ ਇੱਕ ਅਜਿਹੀ ਗੇਮ ਦੇ ਵਿੱਚ ਉਹਨਾਂ ਨੂੰ ਰੋਲ ਦਿੱਤਾ, ਜਿੱਥੇ ਉਹਨਾਂ ਨੂੰ ਡੋਪਾਮਿਨ ਰਿਲੀਜ਼ ਹੀ ਉਦੋਂ ਹੁੰਦੀ ਹੈ ਜਦੋਂ ਦੇਖਦੇ ਨੇ ਕਿ ਇਹਦੇ ਵਿੱਚ ਮੈਂ ਇੱਕ ਕਾਰ ਰੇਸ ਦੇ ਵਿੱਚ ਦੂਸਰੇ ਦੇ ਨਾਲ ਉਹਦੇ ਤੋਂ ਅਗਾਂਹ ਲੰਘ ਗਿਆ, ਜਾਂ ਇਹਦੇ ਵਿੱਚ ਮੈਂ ਸ਼ੂਟਿੰਗ ਕਰ ਰਿਹਾ ਇਸ ਗੇਮ ਦੇ ਵਿੱਚ ਤੇ ਇੰਨੇ ਜਿਹੜੇ ਮੈਂ ਢਾਹ ਲਏ, ਤੇ ਉਹ ਗੇਮ ਉਹ ਛੱਡ ਹੀ ਨਹੀਂ ਸਕਦਾ। ਬੱਚਾ ਲਗਾਤਾਰ ਉਸੇ ਤਰੀਕੇ ਉਹਦੇ ਦਿਮਾਗ ਨੇ ਵਿੱਚ ਫਿੱਟ ਹੋ ਜਾਂਦਾ, ਮੈਂ ਇੰਨੇ ਹੋਰ ਮਾਰਨੇ ਨੇ, ਉਹ ਫਲਾਣੀ ਥਾਂ ਤੇ ਜੇ ਖੰਭੇ ਪਿੱਛੋਂ ਲੁਕਿਆ ਇੱਕ ਹੋਰ ਆਏਗਾ, ਮੈਂ ਉੱਥੇ ਸ਼ੂਟਿੰਗ ਕਰਨੀ ਹੈ, ਜਾਂ ਮੈਂ ਕਾਰ ਕਿਵੇਂ ਦੂਜੇ ਨੂੰ ਠੋਕ ਕੇ ਉਸ ਤੋਂ ਵੀ ਅਗਾਂਹ ਲੰਘ ਜਾਣਾ। ਸੋ ਇਸ ਤਰੀਕੇ ਦੀਆਂ ਜਦੋਂ ਗੇਮਸ ਉਹਦੇ ਸਰੀਰ ਅੰਦਰ ਬਹੁਤ ਵਾਧੂ ਡੋਪਾਮੀਨ ਰਿਲੀਜ਼ ਕਰਦੀਆਂ ਨੇ, ਉਹਨੂੰ ਆਦੀ ਬਣਾਉਂਦੀਆਂ ਨੇ, ਤਾਂ ਉਹਦਾ ਮੈਂਟਲ ਮੇਕਅਪ ਪੂਰੇ ਦਾ ਪੂਰਾ ਚੇਂਜ ਹੋ ਜਾਂਦਾ। ਜਿੱਥੇ ਇੱਕ ਬੱਚਾ ਕਿਸੇ ਇੱਕ ਨਿੱਕੇ ਜਿਹੇ ਕਤੂਰੇ ਦੇ ਵੀ ਸੱਟ ਵੱਜੀ ਨੂੰ ਦੇਖ ਕੇ ਜੋ ਤੜਫ ਜਾਂਦਾ ਸੀ ਬੱਚਾ ਕਿ ਇਹਨੂੰ ਚੁੱਕਾਂ, ਇਹਨੂੰ ਠੀਕ ਕਰਾਂ, ਇਹਨੂੰ ਪਿਆਰ ਕਰਾਂ, ਜਾਂ ਮਾਪਿਆਂ ਨੂੰ ਕਵਾਂ ਇਹਨੂੰ ਕੁਝ ਖਾਣ ਨੂੰ ਦਿਓ, ਜਾਂ ਇਹਦਾ ਮੈਂ ਇਲਾਜ ਕਰ ਦੇਵਾਂ, ਤਾਂ ਬਦਲ ਕੇ ਉਹ ਕਿਵੇਂ ਵਾਇਲੈਂਸ ਵੱਲ ਖਿੱਚਿਆ ਤੁਰਿਆ ਜਾ ਰਿਹਾ ਹੈ। ਇਹ ਇੰਟਰਨੈਸ਼ਨਲ ਲੈਵਲ ਤੇ ਇੰਨਾ ਕੁ ਇਹਦਾ ਰੌਲਾ ਪਿਆ ਤਾਂ ਤੁਸੀਂ ਹੈਰਾਨ ਹੋਗੇ ਕਿ ਇਹ ਡਾਕਟਰਾਂ ਦਾ ਰੌਲਾ ਕਿਤੇ ਵੀ ਕਿਸੇ ਵੀ ਮੀਡੀਆ ਦੇ ਵਿੱਚ ਨਜ਼ਰ ਹੀ ਨਹੀਂ ਆਇਆ, ਨਾ ਇਹ ਰਿਸਰਚ ਪਬਲਿਸ਼ ਹੋਣ ਦਿੱਤੀ। ਕਾਰਨ ਇਹ ਸੀ ਬਿਲੀਅਨਸ ਦਾ ਕਾਰੋਬਾਰ ਜਿਹੜਾ ਡੀਲ ਕਰਦਾ ਜੇ ਇਹ ਸਾਰੀਆਂ ਗੇਮਸ ਨੂੰ, ਜਿਸ ਤਰੀਕੇ ਇਹ ਸਾਰਾ ਕਿੱਥੋਂ ਸ਼ੁਰੂ ਹੋਇਆ ਕਿ ਇੱਕ ਕੰਪਿਊਟਰ ਦੇ ਵਿੱਚ ਜੋ ਸਿਰਫ ਆਫਿਸ ਵਰਕ ਤੋਂ ਸ਼ੁਰੂ ਹੁੰਦਾ ਕਿਸ ਤਰੀਕੇ ਉਹ ਤੁਹਾਡੇ ਘਰਾਂ ਦੇ ਵਿੱਚ, ਬੱਚਿਆਂ ਦੇ ਕਮਰਿਆਂ ਵਿੱਚ, ਫਿਰ ਉਹਨਾਂ ਦੇ ਲੈਪਟਾਪ ਬਣ ਗਿਆ ਪੱਟਾਂ ਉੱਤੇ, ਕਿਵੇਂ ਹੱਥਾਂ ਵਿੱਚ ਆਇਆ, ਤੇ ਹੁਣ ਤੇ ਤੁਸੀਂ ਐਨਕਾਂ ਲਾ ਕੇ ਉਹਦੇ ਵਿੱਚੋਂ ਹੀ ਸਾਰਾ ਕੁਝ ਦੇਖ ਸਕਦੇ ਹੋ। ਸਭ ਕੁਝ ਉੱਥੇ ਤੱਕ ਸੀਮਤ ਕਰ ਦੇਣਾ ਦਾ ਮਤਲਬ ਹੈ ਕਿ ਸਾਡੇ ਦਿਮਾਗ ਦੀਆਂ ਤਰੰਗਾਂ ਵਿੱਚ ਸਦੀਵੀ ਨੁਕਸ ਪੈ ਰਿਹਾ ਜੇ। ਜਿਹੜੇ ਬੱਚੇ ਜਿਨ੍ਹਾਂ ਦਾ ਬਣਦਾ ਦਿਮਾਗ, ਜਿਨ੍ਹਾਂ ਨੇ ਇਹੋ ਜਿਹੀਆਂ ਚੀਜ਼ਾਂ ਕਦੇ ਪਹਿਲਾਂ ਵੇਖੀਆਂ ਨਹੀਂ ਸੀ, ਸੁਣੀਆਂ ਨਹੀਂ ਸੀ, ਉਹ ਆਪਣੀਆਂ ਖੇਡਾਂ ਤੋਂ ਪਰੇ ਆਪਣੇ ਹਾਣੀਆਂ ਦੇ ਨਾਲ ਜਿਸ ਤਰੀਕੇ ਦਾ ਉਹਨਾਂ ਨੇ ਬਣਾਉਣਾ ਸੀ ਨਿੱਘ ਵਾਲਾ ਰਿਸ਼ਤਾ, ਉਹ ਖਤਮ ਕਰਕੇ ਸਿਰਫ ਤੇ ਸਿਰਫ ਇੱਕ ਵਾਇਲੈਂਸ, ਇੱਕ ਦੌੜ ਵਿੱਚ ਸ਼ਾਮਲ ਕਰ ਦਿੱਤਾ। ਤੇ ਨਤੀਜਾ ਉਹ ਜੇ ਕਿ ਜਦੋਂ ਉਹ ਅਸਲ ਜ਼ਿੰਦਗੀ ਵਿੱਚ ਵੀ ਉਹ ਕੁਝ ਵਾਪਰਦਾ ਦੇਖਦੇ ਨੇ ਤਾਂ ਉਹਨਾਂ ਨੂੰ ਦਿਸਦਾ ਕਿ ਹੁਣ ਮੇਰਾ ਸਮਾਂ ਹੈ ਜਦੋਂ ਮੈਂ ਕੁਝ ਅਚੀਵ ਕਰ ਲਵਾਂਗਾ, ਮੈਂ ਕੁਝ ਹਾਸਲ ਕਰ ਸਕਦਾ। ਅਸਲ ਜ਼ਿੰਦਗੀ ਵਿੱਚ ਮੈਂ ਜੋ ਆਪਣੇ ਸੁਪਨਿਆਂ ਵਿੱਚ ਵੇਖਦਾ ਸੀ ਮੈਂ ਹੁਣ ਕਰ ਸਕਾਂਗਾ, ਤੇ ਉਹ ਆਪਣੇ ਆਪ ਨੂੰ ਜਿਵੇਂ ਰਿਵਾਰਡ ਸਿਸਟਮ ਸ਼ਾਬਾਸ਼ੀ ਦਿੰਦਾ ਉਹਨਾਂ ਦਾ ਦਿਮਾਗ, ਕਰੋ ਪੱਕਾ ਕਮਾਲ ਕਰ ਰਹੇ ਹੋ, ਤੇ ਉਹ ਫਿਰ ਖਿੱਚੇ ਜਾਂਦੇ ਨੇ ਇਹੋ ਜਿਹੇ ਪਾਸਿਆਂ ਵੱਲ ਜਿੱਥੇ ਉਹਨਾਂ ਦੇ ਦਿਮਾਗ ਵਿੱਚ, ਖਿਆਲ ਕਰਿਓ, 1% ਵੀ ਕਿਸੇ ਪ੍ਰਤੀ ਤਰਸ ਦੀ ਭਾਵਨਾ ਹੁੰਦੀ ਨਹੀਂ ਜੋ ਨਾਰਮਲ ਹਰ ਬੱਚੇ ਦੇ ਵਿੱਚ ਕੁਦਰਤ ਨੇ ਭਰ ਕੇ ਭੇਜੀ ਹੈ, ਉਹ ਅਸੀਂ ਖਤਮ ਕਰ ਦਿੱਤੀ।
ਕਿ ਤਰਸ ਤਾਂ ਹੈ ਹੀ ਨਹੀਂ, ਕਰਨਾ ਤਾਂ ਤਹਿਸ ਨਹਿਸ ਹੈ, ਤੇ ਉਸ ਤਹਿਸ ਨਹਿਸ ਦੇ ਵਿੱਚੋਂ ਤੂੰ ਜੇਤੂ ਵੀ ਹੋਣਾ ਹੈ। ਹੂੰ ਤੋ ਇਹ ਜੇ ਜੋ ਅਸਲ ਚੱਕਰਵਿਊਹ ਥੱਲੇ ਸ਼ੁਰੂ ਹੋਇਆ ਕਿ ਜਿੰਨਾ ਕੋ ਸਿਗਰਟਾਂ ਨੇ ਨਾਸ ਮਾਰਨਾ ਸੀ ਕੈਂਸਰ ਕਰਕੇ ਖਰੇ ਕਿੰਨੇ ਸਾਲਾਂ ਨੂੰ, ਅਸੀਂ ਉਹ ਬੱਚਿਆਂ ਨੂੰ 1 ਜਾਂ 2 ਵਰਿਆਂ ਦੇ ਵਿੱਚ ਹੀ ਇੰਨਾ ਰੋਗੀ ਬਣਾ ਦਿੱਤਾ ਕਿ ਸਾਡੇ ਬੱਚੇ ADHD ਦੇ ਸ਼ਿਕਾਰ, ਔਟਿਜ਼ਮ ਦੇ ਸ਼ਿਕਾਰ, ਟਿਕ ਕੇ ਨਾ ਬੈਠ ਸਕਣਾ, ਲੜਾਕੇ, ਜ਼ਿੱਦੀ, ਮਾਰ ਕੁਟਾਈ ਕਰਨੀ ਤੋਂ ਲੈ ਕੇ ਜਿਸ ਤਰੀਕੇ ਉਹ ਇਸ ਵੇਲੇ ਘਰੋਂ ਭੱਜਣਾ, ਖੁਦਕੁਸ਼ੀ ਕਰਨੀ, ਦੂਜੇ ਨੂੰ ਮਾਰਨਾ, ਤੇ ਫਿਰ ਉਹਦੇ ਵਿੱਚ ਕਿਸ ਤਰੀਕੇ ਉਹ ਡਰੱਗਸ ਵੱਲ ਖਿੱਚੇ ਜਾਣੇ, ਤੇ ਕਿਵੇਂ ਉਹ ਫਿਰ ਪੂਰਤੀ ਸਾਰਾ ਕੁਛ ਭਰਪਾਈ ਕਰਨ ਲਈ ਕਿਵੇਂ ਪੈਸਿਆਂ ਨੂੰ ਖੋਣ ਲਈ, ਖਿੱਚਣ ਲਈ ਕਤਲ ਕਰਨੇ, ਜਾਂ ਫਿਰ ਦੂਜਿਆਂ ਨਾਲ ਜੋ ਆਪਾਂ ਦੇਖ ਰਹੇ ਹਾਂ ਹਰ ਰੋਜ਼ ਲੁੱਟਾਂ ਖੋਹਾਂ ਵਿੱਚ ਵਾਧਾ। ਤੋ ਇਹੋ ਕਾਰਨ ਜੇ ਜੋ ਇਸ ਵੇਲੇ ਮੇਜਰ ਰੀਜ਼ਨ ਸਾਹਮਣੇ ਨਜ਼ਰ ਆ ਰਿਹਾ ਹੈ। ਪਰ ਇਹ ਜੋ ਬਿਲੀਅਨ ਟ੍ਰਿਲੀਅਨ ਦੀ ਜੋ ਚੱਲ ਰਹੀ ਜੇ ਕਾਰੋਬਾਰੀ ਸਿਸਟਮ, ਉਹਦੇ ਵਿੱਚ ਇਹ ਅੰਸ਼ ਬਿਲਕੁਲ ਗਾਇਬ ਕਰ ਦਿੱਤੇ ਗਏ ਨੇ। ਸਟੱਡੀ ਪਬਲਿਸ਼ ਨਹੀਂ ਹੋ ਰਹੀ, ਉਹਦੇ ਲਈ ਫੰਡਸ ਨਹੀਂ ਦਿੱਤੇ ਜਾ ਰਹੇ, ਕਿ ਕਿਤੇ ਇਹ ਗੱਲਾਂ ਸਾਹਮਣੇ ਆ ਗਈਆਂ ਬੱਚਿਆਂ ਤੋਂ, ਕਿਤੇ ਮੋਬਾਈਲ ਗੇਮ ਖੋਲੀਆਂ ਗਈਆਂ ਤਾਂ ਇਹ ਕਾਰੋਬਾਰ ਠੱਪ ਨਾ ਹੋ ਜਾਣ। ਭਾਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਸਿਸਟਮ ਪੂਰਾ ਹਿੱਲ ਜਾਏ, ਵਿਗੜ ਜਾਏ, ਸਾਡੀ ਨੌਜਵਾਨੀ ਕਾਤਲ ਕਹਿਲਾਉਣੀ ਸ਼ੁਰੂ ਕਰ ਦੇਵੇ, ਜਾਂ ਰੇਪਿਸਟ ਕਹਾਉਣੀ ਸ਼ੁਰੂ ਕਰ ਦੇਵੇ, ਜਾਂ ਡਰੱਗਿਸਟ ਬਣ ਜਾਵੇ, ਉਹਨਾਂ ਤੋਂ ਕਿਸ ਤਰੀਕੇ ਅਸੀਂ ਵਾਪਸ ਲਿਆਉਣਾ, ਇਹ ਅਸਲ ਇਸ ਵੇਲੇ ਮੁੱਦਾ ਗੰਭੀਰ ਬਣ ਗਿਆ। ਬਿਲਕੁਲ, ਕਿਤੇ ਨਾ ਕਿਤੇ। ਔਰ ਅੱਜ ਦਾ ਜੇਕਰ ਅਸੀਂ ਸਮਾਂ ਵੇਖੀਏ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਰਿਸ਼ਤੇ ਵੀ ਮੋਬਾਈਲ ਤੱਕ ਹੀ ਸੀਮਤ ਰਹਿ ਗਏ ਨੇ। ਅਸੀਂ ਬਰਥਡੇਜ਼, ਐਨੀਵਰਸਰੀਜ਼, ਫੈਸਟੀਵਲਸ ਵਿਸ਼ ਕਰਨਾ ਤਾਂ ਅਸੀਂ ਇੱਕ WhatsApp ਕਰਕੇ ਭੁੱਲ ਜਾਂਦੇ ਹਾਂ। ਹੁਣ ਸਾਨੂੰ ਲੱਗਦਾ ਕਿ ਸਾਡੀ ਡਿਊਟੀ ਪੂਰੀ ਹੋ ਗਈ। ਇੱਕ ਸਮਾਂ ਸੀ ਅਸੀਂ ਕਾਲ ਕਰਦੇ ਹੁੰਦੇ ਸੀ, ਉਡੀਕ ਹੁੰਦਾ ਸੀ ਸਾਲ ਦਾ ਇੱਕ ਦਿਨ ਕਿ ਪਰਿਵਾਰਾਂ ਦੀ ਕਾਲ ਆਣਗੀਆਂ, ਰਿਸ਼ਤੇਦਾਰਾਂ ਦੀਆਂ ਕਾਲਸ ਆਣਗੀਆਂ। ਲੇਕਿਨ ਅੱਜ ਉਹ WhatsApp ਤੱਕ ਸੀਮਤ ਨੇ। ਹਰ ਕੋਈ ਕਰਕੇ ਆਪਣੀ ਡਿਊਟੀ ਜੋ ਹੈ ਉਹ ਪੂਰੀ ਕਰ ਦਿੰਦਾ ਹੈ। ਔਰ ਅਗਰ ਅੱਜ ਇਹ ਲਫ਼ਜ਼ ਕਿਹਾ ਜਾਵੇ ਕਿ ਸਮਾਜ ਸਿਰਫ ਇਸ ਚੀਜ਼ ਦੇ ਕਾਰਨ, ਕਿਉਂਕਿ ਇਹ ਤੁਸੀਂ ਜੋ ਦੱਸ ਰਹੇ ਹੋ ਇਹ ਬਹੁਤ ਡਰਾਉਣ ਵਾਲੇ ਆંકੜੇ ਨੇ, ਬਹੁਤ ਡਰਾਉਣ ਵਾਲਾ ਰਿਸਰਚ ਹੈ ਕਿਤੇ ਨਾ ਕਿਤੇ, ਔਰ ਹਰ ਕੋਈ ਇਸ ਦੇ ਨਾਲ ਵਾਕਿਫ ਨਹੀਂ ਹੋਗਾ। ਇਸ ਹਾਰਮੋਨ ਕਿ ਬਾਡੀ ਦੇ ਵਿੱਚ ਇੱਕ ਅਜਿਹਾ ਹਾਰਮੋਨ ਹੁੰਦਾ ਹੈ ਜਿਹੜਾ ਸਾਡੇ ਦਿਮਾਗ ਨੂੰ ਇਸ ਤਰੀਕੇ ਦੇ ਨਾਲ ਚਲਾ ਰਿਹਾ ਕਿ ਅਸੀਂ ਆਪਣੇ ਆਪ ਨੂੰ ਆਪਣੀ ਪਿੱਠ ਤਾਂ ਥਪਥਪਾਉਂਦੇ ਹਾਂ, ਲੇਕਿਨ ਉਹ ਸਮਾਜ ਦੀ ਕੁਰੀਤੀਆਂ ਵੱਲ ਨੂੰ ਜਾ ਰਿਹਾ। ਯਾਨੀ ਕਿ ਅਗਰ ਅੱਜ ਕਿਹਾ ਜਾਵੇ, ਇੱਕ ਸ਼ਬਦ ਵਰਤਿਆ ਜਾਵੇ ਕਿ ਸਮਾਜ ਨੂੰ ਅਸੀਂ ਹੀ ਅਪੰਗ ਬਣਾ ਰਹੇ ਹਾਂ, ਇਸ ਨੂੰ ਹੈਂਡੀਕੈਪਡ ਬਣਾ ਰਹੇ ਹਾਂ, ਤਾਂ ਕਹਿਣਾ ਸਹੀ ਹੋਵੇਗਾ। ਬਿਲਕੁਲ ਬਿਲਕੁਲ, ਤੁਸੀਂ ਠੀਕ ਗੱਲ ਕਰ ਰਹੇ ਹੋ ਕਿ ਅਸੀਂ ਹੀ ਆਪ ਆਪਣੇ ਬੱਚਿਆਂ ਨੂੰ ਜਦੋਂ ਵਿਗਾੜ ਵਾਲੇ ਪਾਸੇ ਤੋਰ ਦਈਏ ਤੇ ਫਿਰ ਉਹਨਾਂ ਤੋਂ ਭਾਲਦੇ ਹੋਈਏ ਕਿ ਅਸੀਂ ਜਦੋਂ ਤਕਲੀਫ ਚ ਸਾਡੇ ਵਾਲੇ ਕਿਉਂ ਝਾਤ ਨਹੀਂ ਮਾਰਦੇ। ਕਿਉਂਕਿ ਮੈਂ ਦੱਸਦੀ ਹਾਂ ਕਿ ਸਭ ਤੋਂ ਮਾੜੀ ਗੱਲ ਇਹ ਹੁੰਦੀ ਹੈ ਕਿ ਤਰਸ ਦੀ ਭਾਵਨਾ ਖਤਮ ਹੋ ਗਈ। ਬੱਚੇ ਨੂੰ ਇੱਕੋ ਹੀ ਰਾਹ ਸਿਖਾਇਆ ਗਿਆ ਕਿ ਤੂੰ ਜ਼ੁਲਮ ਕਰਨਾ ਹੈ, ਤੇ ਉਹਦੇ ਚ ਤੈਨੂੰ ਸ਼ਾਬਾਸ਼ੀ ਦੇਖੋ ਨਾ, ਉਹਦਾ ਆਪਣਾ ਹੀ ਮਨ ਉਹਨੂੰ ਸ਼ਾਬਾਸ਼ੀ ਦੇ ਰਿਹਾ, ਉਹ ਕਮਾਲ ਹੀ ਕਰਤੀ, ਵਾਹ ਬਈ ਵਾਹ, ਬੱਲੇ ਬੱਲੇ, ਉਹਨੇ ਕਿਸੇ ਹੋਰ ਤੋਂ ਨਹੀਂ ਸੁਣਨਾ। ਤੋ ਇਹੀ ਕਾਰਨ ਜੇ ਕਿ ਉਹਦੇ ਚ ਕੋਈ ਉਹਨੂੰ ਰੋਕ ਟੋਕ ਸਕਦਾ ਹੀ ਨਹੀਂ। ਮਾਪਿਆਂ ਵੱਲੋਂ ਤਰਲੇ ਕਰਨੇ, ਸਮਝਾਉਣਾ, ਤੇ ਫਿਰ ਕਹਿਣਾ ਵੀ ਇਹ ਤਾਂ ਬਿਲਕੁਲ ਹੀ ਆਖੇ ਨਹੀਂ, ਇਹਨੂੰ ਡਾਕਟਰਾਂ ਕੋਲ ਲੈ ਕੇ ਜਾਈਏ। ਕਿਤੇ ਉਹਨਾਂ ਨੂੰ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਜਦੋਂ ਤੁਸੀਂ ਫੜਾਇਆ ਸੀ ਮੋਬਾਈਲ, ਜਦੋਂ ਇੰਟਰਨੈਟ ਉਹਦੇ ਹਵਾਲੇ ਕਰ ਦਿੱਤਾ ਸੀ, ਤਾਂ ਭਾਈ ਇਹ ਉਸੇ ਨੇ ਤੁਹਾਡਾ ਬੱਚਾ ਇਸ ਤਰੀਕੇ ਦਾ ਨਾਸ ਮਾਰਿਆ ਕਿ ਜੋ ਚੀਜ਼ ਖਰੇ 20 ਸਾਲਾਂ ਬਾਅਦ ਇੱਕ ਸਿਗਰਟ ਨੇ ਕੈਂਸਰ ਕਰਨਾ ਸੀ, ਉਹ ਤੁਹਾਡੇ ਇੰਟਰਨੈਟ ਨੇ 2 ਜਾਂ 3 ਸਾਲਾਂ ਚ, ਬਲਕਿ 2-2.5 ਸਾਲਾਂ ਚ ਜੋ ਖੋਜ ਵੀ ਕਹਿੰਦੀ ਜੇ, ਇਸ ਤਰੀਕੇ ਦਾ ਉਹਨੂੰ ਆਦੀ ਬਣਾ ਦਿੰਦੇ ਨੇ ਕਿ ਬੱਚੇ ਕਈ ਵਾਰ ਤੁਸੀਂ ਦੇਖ ਰਹੇ ਹੋਗੇ ਜੋ ਕਿ ਆਮ ਛੋਟੀ ਉਮਰੇ ਮਾਪਿਆਂ ਦਾ ਧਿਆਨ ਖਿੱਚਣ ਲਈ ਸਿਰ ਕੰਧ ਚ ਮਾਰਨਾ, ਜਾਂ ਇਹੋ ਜਿਹੀਆਂ ਕੋਈ ਚੀਜ਼ਾਂ ਜਾਣ ਬੁੱਝ ਕੇ ਨਾਰਾਜ਼ ਹੋ ਕੇ ਦਿਖਾਣਾ, ਗੁੱਸਾ ਦਿਖਾਉਣਾ ਵੀ ਮੈਂ ਸੈਂਟਰ ਆਫ ਅਟਰੈਕਸ਼ਨ ਆ, ਮੇਰੇ ਵੱਲ ਆਓ। ਉਹ ਹੁਣ ਜੇ ਮੋਬਾਈਲ ਖਿੱਚ ਲਿਆ ਜਾਵੇ ਤਾਂ ਬੱਚੇ ਇਸ ਕਦਰ ਭਿਆਨਕ ਰੂਪ ਇਖਤਿਆਰ ਕਰ ਲੈਂਦੇ ਨੇ, ਲੱਤਾਂ ਮਾਰਨੀਆਂ, ਕੋਠੇ ਤੋਂ ਛਾਲ ਤੱਕ ਮਾਰ ਜਾਣੀ, ਯਾਨੀ ਆਪਣੇ ਆਪ ਨੂੰ ਇੰਜਰ ਕਰਨਾ, ਬਹੁਤ ਕੁਛ ਉਹ ਕਰਨ ਲੱਗ ਗਏ ਨੇ। ਤੇ ਤੁਸੀਂ ਸੋਚ ਲਓ ਕਿ ਉਹ ਬੱਚੇ ਜਿਹੜੇ ਸਮਾਜ ਸਾਡਾ ਆਉਣ ਵਾਲਾ ਭਵਿੱਖ ਸਾਡਾ ਜੋ ਸਨ, ਕਿਸ ਤਰੀਕੇ ਅਸੀਂ ਉਹਨਾਂ ਨੂੰ ਮਾਨਸਿਕ ਰੋਗੀ ਬਣਾ ਕੇ ਰੱਖ ਰਹੇ ਹਾਂ। ਤੇ ਉਹ ਵੀ 1-2 ਨਹੀਂ, ਤੁਸੀਂ ਵੇਖੋ ਕੋਈ ਵਿਰਲੇ ਉਂਗਲ ਤੇ ਗਿਣੋਗੇ ਜਿਹਦੇ ਹੱਥ ਵਿੱਚ ਮੋਬਾਈਲ ਨਹੀਂ, ਜਿਹਨੇ ਮੋਬਾਈਲ ਗੇਮਸ ਨਹੀਂ ਖੇਡੀਆਂ, ਉਂਗਲ ਤੇ ਵੀ ਸ਼ਾਇਦ ਗਿਣੇ ਨਾ ਜਾ ਸਕਣ, ਉਹ ਇੰਨੇ ਘੱਟ ਨੇ। ਤੇ ਜਿਨ੍ਹਾਂ ਨੂੰ ਵੀ ਗੱਲ ਕਰੋਗੇ, ਹਰ ਇੱਕ ਬੱਚਾ ਹੀ ਆਪਣੇ ਮਾਂ-ਪਿਓ ਹੱਥੋਂ ਫੜ ਕੇ ਇਹ ਤਾਂ ਜ਼ਰੂਰ ਹੀ ਖੇਡ ਰਿਹਾ ਜੇ। ਤੇ ਅੱਧੀ ਤਾਂ ਮੁਸੀਬਤ ਇਹ ਹੈ ਕਿ ਮਾਵਾਂ ਆਪ ਰਸੋਈ 'ਚ ਕੰਮ ਕਰਨ ਲੱਗੀਆਂ, ਆਪ ਹੀ ਇਹ ਤਬਾਹੀ ਦਾ ਮੰਜ਼ਰ ਬੱਚੇ ਦੇ ਹੱਥ ਵਿੱਚ ਫੜਾ ਜਾਂਦੀ ਹੈ ਕਿ ਸਾਨੂੰ ਨਾ ਤੰਗ ਕਰ, ਆ ਫੜ ਤੇ ਤੂੰ ਦੇਖੀ ਜਾ।
ਹਾਂ ਬਿਲਕੁਲ, ਕਿਉਂਕਿ ਮੈਂ ਅਗਰ ਆਪਣੀ ਹੀ ਨੌਲੇਜ ਦੇ ਵਿੱਚ ਕਹਾਂ ਕਿ ਮੈਂ ਹੀ ਕੁਝ ਅਜਿਹੇ ਪਰਿਵਾਰਾਂ ਨੂੰ ਜਾਣਦੀ ਹਾਂ ਕਿ ਡੇਢ ਸਾਲ ਦੇ ਬੱਚੇ, ਉਹ ਉਮਰ ਕੀ ਹੁੰਦੀ ਹੈ ਜਿਸ ਵੇਲੇ ਬੱਚਾ ਹਲੇ ਪ੍ਰੋਪਰ ਬੋਲਣਾ ਵੀ ਨਹੀਂ ਸ਼ੁਰੂ ਕਰਦਾ, ਮਾਂ ਬੋਲਣਾ ਪਿਓ ਬੋਲਣਾ ਹਲੇ ਸਿੱਖਦਾ ਹੀ ਹੈ ਉਸ ਉਮਰੇ ਉਹ ਫਟਾਫਟ ਟੱਚ ਸਕਰੀਨ ਤੇ ਉਂਗਲੀਆਂ ਚੱਲ ਰਹੀਆਂ ਨੇ, ਗੇਮਸ ਖੇਡੀਆਂ ਚੱਲ ਰਹੀਆਂ, ਔਰ ਮਾਂ ਖੁਸ਼ ਹੋ ਕੇ ਦੱਸਦੀ ਹੈ ਸਮਾਜ ਦੇ ਵਿੱਚ ਕਿ ਦੇਖੋ ਮੇਰਾ 1.5 ਸਾਲ ਦਾ ਬੱਚਾ ਰਿਕਾਰਡ ਤੋੜ ਰਿਹਾ, ਗੇਮ ਕਿੰਨੀ 1.5 ਸਾਲ ਦੀ ਉਮਰ ਦੇ ਵਿੱਚ ਹੀ ਗੇਮ ਖੇਡ ਲੈਂਦਾ। ਸਾਨੂੰ ਉਸ ਚੀਜ਼ ਤੋਂ ਸੀਖ ਲੈਣੀ ਚਾਹੀਦੀ ਹੈ, ਸਾਨੂੰ ਉਸ ਚੀਜ਼ ਤੋਂ ਸਮਝ ਲੈਣੀ ਚਾਹੀਦੀ ਹੈ ਕਿ ਅੱਜ ਅਸੀਂ ਆਪਣੀ ਪਿੱਠ ਤਾਂ ਥਪਥਪਾ ਰਹੇ ਹਾਂ, ਸ਼ਾਬਾਸ਼ੀ ਦੇ ਰਹੇ ਹਾਂ, ਲੇਕਿਨ ਇਹ ਆਉਣ ਵਾਲਾ ਭਵਿੱਖ ਆਪਣੇ ਬੱਚੇ ਦਾ ਹੀ ਅਸੀਂ ਕਿਤੇ ਨਾ ਕਿਤੇ ਖਰਾਬ ਕਰ ਰਹੇ ਹਾਂ। ਜੇਕਰ ਕਹੀਏ ਕਿ 1.5 ਸਾਲ ਦਾ 2 ਸਾਲ ਦਾ 4 ਸਾਲ ਦਾ ਬੱਚਾ ਇਸ ਕਦਰ ਮੋਬਾਈਲ ਨੂੰ ਲੈ ਕੇ ਇਰੀਟੇਟ ਹੁੰਦਾ ਜਾਂ ਗੁੱਸਾ ਜਾਂ ਅੜੀਅਲ ਸੁਭਾਅ ਦੇ ਵਿੱਚ ਆਉਂਦਾ, ਉੱਥੇ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਕੁੱਖੋਂ ਇਹ ਚੀਜ਼ ਵੇਖੀ ਜਾਂਦੀ ਹੈ ਕਿ ਮਾਵਾਂ ਜਿਸ ਟਾਈਮ 9 ਮਹੀਨੇ ਉਹ ਫੋਨ ਤੇ ਰਹਿੰਦੀਆਂ, ਇੰਟਰਨੈਟ ਤੇ ਰਹਿੰਦੀਆਂ, ਸੋ ਹਾਰਮੋਨ ਕਿਤੇ ਨਾ ਕਿਤੇ ਉਸ ਟਾਈਮ ਬੱਚਿਆਂ ਦੇ ਅੰਦਰ ਹੀ ਕਿਤੇ ਨਾ ਕਿਤੇ ਇਫੈਕਟ ਕਰਦਾ। ਦੇਖੋ ਬੜੀ ਮਜ਼ੇਦਾਰ ਖੋਜਾਂ ਹੁੰਦੀਆਂ ਨੇ ਕਈ ਵਾਰ ਤਾਂ ਨਾ, ਸੱਚ ਦੱਸਾਂ ਹੁਣ ਇੰਨੇ ਸਾਲਾਂ ਤੋਂ 30 ਸਾਲ ਤੋਂ ਵੱਧ ਤੋਂ ਮਰੀਜ਼ ਦੇਖਦੇ ਹੋ ਗਏ, ਪੜ੍ਹਦਿਆਂ ਹੋ ਗਏ, ਫਿਰ ਵੀ ਜਦੋਂ ਕਦੇ ਨਵੀਂ ਖੋਜ ਬੜੀ ਮਜ਼ੇਦਾਰ ਆਉਂਦੀ ਜੇ ਨਾ, ਫਿਰ ਉੱਥੋਂ ਸਮਝ ਆਉਂਦੀ ਜੇ ਕਿ ਅੱਛਾ ਅਸੀਂ ਤਾਂ ਅੱਧੀ ਜ਼ਿੰਦਗੀ ਐਵੇਂ ਹੀ ਖਰਾਬ ਕਰਤੀ, ਇਹ ਹੁਣ ਪਤਾ ਲੱਗਿਆ। ਜਿਵੇਂ ਮਿਸਾਲ ਵਜੋਂ ਇੱਕ ਨਵੀਂ ਖੋਜ ਦੱਸਦੀ ਆ ਜੋ ਹੁਣੀ ਰਿਲੀਜ਼ ਹੋਈ ਜੇ, ਅਜੇ ਹਾਰਡਲੀ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਪ੍ਰੋਗਰਾਮ ਵਿੱਚ ਕਦੇ ਕਿਸੇ ਨੇ ਦਾ ਜ਼ਿਕਰ ਕੀਤਾ ਹੋਣਾ, ਕਿ ਜੋ ਕੁਛ ਮਾਂ ਖਾਂਦੀ ਜੇ ਉਹਦਾ ਸਵਾਦ ਬੱਚੇ ਨੂੰ ਪਹੁੰਚ ਜਾਂਦਾ ਜੇ, ਉਹਦੇ ਉਸ ਤਰੀਕੇ ਦੇ ਯਾਨੀ ਟੈਸਟਾਂ ਰਾਹੀਂ ਪਤਾ ਲੱਗ ਚੁੱਕਿਆ। ਕਦੇ ਵੀ ਮਜ਼ੇਦਾਰ ਖੋਜ ਦਾ ਪੂਰੀ ਦਾ ਜ਼ਿਕਰ ਕਰਾਂਗੇ। ਸੋ ਇਸੇ ਤਰ੍ਹਾਂ ਜੇ ਇੰਨੀ ਵੱਡੀ ਗੱਲ ਯਾਨੀ ਜਾਣਾ ਢਿੱਡ ਤੋਂ ਹੈ, ਪਰ ਉਹਦੇ ਰਸ ਕਿਹੜੇ ਨਿਕਲਦੇ, ਉਹਨੂੰ ਕਿਸ ਤਰੀਕੇ ਦਾ ਉਹ ਖਾਣਾ ਪਸੰਦ ਆਉਂਦਾ ਜੇ, ਕਿਵੇਂ ਉਹ ਬੱਚਿਆਂ ਦੀ ਅੱਗੋਂ ਉਸੇ ਹਿਸਾਬ ਨਾਲ ਉਹਨਾਂ ਦਾ ਸਵਾਦ ਡਿਵੈਲਪ ਹੋਣਾ, ਕਿਵੇਂ ਉਹਦਾ ਫਰਕ ਪੈਂਦਾ ਜੇ, ਤੋਂ ਲੈ ਕੇ ਉਹਦੀ ਦਿਲ ਦੀ ਧੜਕਣ ਦੀ ਗੜਬੜੀ ਤੱਕ ਨਾਲ ਉਹਦਾ ਬੱਚੇ ਦਾ ਸਹਿਣ ਜਾਣਾ ਜਾਂ ਉਹਦਾ ਵਧਣਾ ਫੁੱਲਣਾ ਰੁਕ ਜਾਣਾ, ਉਹਦਾ ਮਾਨਸਿਕ ਪੱਖੋਂ ਵਿਕਾਸ ਰੁਕ ਜਾਣਾ, ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿ ਜੋ ਆਪ ਆਦੀ ਹੋ ਚੁੱਕੀ ਹੋਵੇ, ਡੋਪਾਮਾਈਨ ਕਨਸਟੈਂਟ ਰਿਲੀਜ਼ ਉਹਦੀ ਆਪਣੀ ਬਾਡੀ ਵਿੱਚ ਹੁੰਦਾ ਹੋਵੇ, ਤਾਂ ਕਿਉਂ ਨਾ ਉਹਦੇ ਢਿੱਡ ਵਿੱਚ ਪਲ ਰਹੇ ਬੱਚੇ ਤੇ ਉਹਦਾ ਅਸਰ ਪਏਗਾ। ਤੋ ਜਿੰਨਾ ਇਹ ਜ਼ਿਆਦਾ ਜਿਸ ਤਰੀਕੇ ਇਹ ਦੇਖਿਆ ਜਾਂਦਾ ਕਿ ਹੁੰਦਾ ਹੈ, ਜਿੰਨਾ ਜ਼ਿਆਦਾ ਮੋਬਾਈਲ ਤੇ ਮਾਂ ਵੀ ਇਸੇ ਤਰੀਕੇ ਕਰਦੀ ਹੋਵੇ, ਤਾਂ ਢਿੱਡ ਅੰਦਰ ਪਲ ਰਹੇ ਬੱਚੇ ਦੇ ਵਿੱਚ ਆਟਿਜ਼ਮ ਦਾ ADHD ਹੋਣ ਦੇ ਜਾਂ ਉਹਨੂੰ ਟਿਕ ਕੇ ਨਾ ਬੈਠ ਸਕਣਾ, ਜ਼ਿੱਦੀ ਹੋਣਾ, ਅੜੀਅਲ ਸੁਭਾਅ ਦਾ ਹੋ ਜਾਣਾ, ਰੋਂਦੂ ਬਣਨਾ, ਇਹ ਸਾਰੀਆਂ ਚੀਜ਼ਾਂ ਵੇਖੀਆਂ ਜਾ ਚੁੱਕੀਆਂ ਨੇ ਕਿ ਹੋ ਰਹੀਆਂ ਨੇ। ਪਰ ਖੋਜ ਕਿਉਂਕਿ 10 ਸਾਲ ਚੱਲਣੀ ਜੇ, ਸੋ ਲੰਬੀ ਚੱਲਣੀ ਹੈ, ਚਲਦੀਆਂ ਪਈਆਂ ਨੇ, ਪਰ ਹਾਲ ਦੀ ਘੜੀ ਜੋ ਪ੍ਰੀਲਿਮਿਨਰੀ ਸਾਹਮਣੇ ਆ ਰਹੇ ਨੇ ਤੱਥ, ਉਹ ਵਾਕਈ ਕਾਫੀ ਘਬਰਾਹਟ ਪੈਦਾ ਕਰਨ ਵਾਲੇ ਨੇ ਕਿ ਕਿਸ ਤਰੀਕੇ ਇਹ ਸਾਡਾ ਨਾਸ ਮਾਰ ਰਹੇ ਨੇ। ਜਿਨ੍ਹਾਂ ਵਿੱਚ ਜਿਹੜੇ ਡਿਵੈਲਪ ਹੋ ਚੁੱਕੇ ਬੱਚੇ ਨੇ, ਵੱਡੇ ਨੇ, ਉਹਨਾਂ ਵਿੱਚ ਸ਼ਾਇਦ ਉਹਨਾਂ ਨਾ ਮਾੜਾ ਅਸਰ ਦਿਖਦਾ ਹੋਏ, ਪਰ ਜਿਹੜੇ ਬਣਦੇ ਬੱਚਿਆਂ ਦਾ ਦਿਮਾਗ ਹੈ ਜੋ ਕਿ ਟੀਨੇਜ ਤੋਂ ਪਹਿਲਾਂ ਦੇ, ਜੋ ਜਿਸ ਤਰੀਕੇ ਇਹ ਹੁਣ ਅਸੀਂ ਦੇਖ ਰਹੇ ਹਾਂ ਕਿ ਗੈਂਗਸਟਰਸ ਲਈ ਉਹ ਪਹਿਲਾ ਉਹਨਾਂ ਦਾ ਟਾਰਗੇਟ ਹੀ ਉਹ ਹੈ, ਉਹਨਾਂ ਨੂੰ ਫਸਾਣਾ, ਤੇ ਉਹ ਬੱਚੇ ਆਲਰੇਡੀ ਤਿਆਰ ਬੈਠੇ ਨੇ, ਉਹਨਾਂ ਨੂੰ ਕੁਝ ਫਰਮਾਉਣਾ ਨਹੀਂ ਪੈਂਦਾ, ਫਰਮਾਏ ਹੋਏ ਨੇ ਕਿ ਹਾਂਜੀ ਹਾਂ ਅਸੀਂ ਅਸਲ ਜ਼ਿੰਦਗੀ ਵਿੱਚ ਵੀ ਇਹੋ ਜਿਹਾ ਕੁਝ ਕਰਨਾ ਚਾਹੁੰਦੇ ਹਾਂ ਜਿਸ ਨਾਲ ਸਾਨੂੰ ਮਜ਼ਾ ਆ ਰਿਹਾ ਹੈ, ਤੇ ਕਿਉਂ ਨਾ ਇਹ ਕਰਕੇ ਦੇਖੀਏ। ਤੇ ਉਸ ਉਮਰ ਵਿੱਚ ਮੌਤ ਦਾ ਭੈ ਹੁੰਦਾ ਨਹੀਂ। ਜਿੰਨੀ ਤੁਸੀਂ ਜਾ ਕੇ 60 ਵਰਿਆਂ ਦੀ ਉਮਰ ਤੇ ਦੇਖੋਗੇ ਕਿਸੇ ਨੂੰ ਮੌਤ ਦਾ ਭੈ ਕਿ ਹੁਣ ਮੈਂ ਪਤਾ ਨਹੀਂ ਕਿੰਨੀ ਦੇਰ ਜੀਣਾ ਹੈ, ਕਿੰਨੀ ਦੇਰ ਨਹੀਂ ਜੀਣਾ, ਉਹ ਚੀਜ਼ ਬੱਚਿਆਂ ਵਿੱਚ ਨਜ਼ਾਰਦ ਹੁੰਦੀ ਜੇ। ਉਹਨਾਂ ਨੂੰ ਤੇਜ਼ ਮੋਟਰਸਾਈਕਲ ਚਲਾਉਣਾ ਜਾਂ ਤੇਜ਼ ਕਾਰਾਂ ਚਲਾਉਣੀਆਂ, ਉਹਦੇ ਵਿੱਚ ਮਜ਼ਾ ਆਉਂਦਾ ਜੇ, ਸਵਾਦ ਆਉਂਦਾ ਜੇ। ਸੋ ਇਸੇ ਲਈ ਡੇਅਰ ਡੈਵਲ ਜੇ ਇਹਨਾਂ ਨੂੰ ਕਹਿੰਦੇ ਆ, ਤਾਂ ਕਾਰਨ ਇਹੋ ਹੁੰਦਾ ਜੇ ਕਿ ਉਹਨਾਂ ਦੇ ਵਿੱਚ ਡੋਪਾਮੀਨ ਇਸ ਸਡਨ ਇਸ ਤਰੀਕੇ ਦੀ ਆਉਂਦੀ ਜੇ, ਉਹਨਾਂ ਨੂੰ ਸ਼ਾਬਾਸ਼ੀ ਦਿੰਦੀ ਜੇ, ਉਹਨਾਂ ਦੇ ਅੰਦਰ ਯਾਨੀ ਤਾਕਤ ਭਰ ਦਿੰਦੀ ਹੈ ਕਿ ਕਰੋ ਜਾਂ ਮਰੋ ਵਾਲੀ ਸਿਚੁਏਸ਼ਨ ਵਿੱਚ ਵੀ ਉਹ ਪਹੁੰਚੇ ਹੁੰਦੇ ਨੇ, ਜਿੱਥੇ ਉਹਨਾਂ ਨੂੰ ਤਾਂ ਹੀ ਅਸੀਂ ਦੇਖਦੇ ਹਾਂ ਕਿ ਨੌਜਵਾਨ ਕਿਵੇਂ ਮੁਲਕ ਦੇ ਖਾਤਰ, ਦੇਸ਼ ਦੇ ਖਾਤਰ ਛਾਤੀ ਤੇ ਗੋਲੀਆਂ ਖਾ ਜਾਂਦੇ ਨੇ। ਉਹ ਅਜਿਹੀ ਸਿਚੁਏਸ਼ਨ 'ਚ ਹੁੰਦੇ ਨੇ ਜਿੱਥੇ ਉਹਨਾਂ ਨੂੰ ਪਿੱਛੇ ਨਹੀਂ ਭੱਜਦੇ, ਬਲਕਿ ਮੌਤ ਨੂੰ ਤਰਜੀਹ ਦਿੰਦੇ ਨੇ ਕਿ ਕੋਈ ਪਰਵਾਹ ਹੀ ਨਹੀਂ, ਅਸੀਂ ਤਾਂ ਮਰ ਸਕਦੇ ਹਾਂ। ਉਹ ਚੀਜ਼ ਜਿਹੜੀ ਸਾਡੀ ਯੂਥ ਨੂੰ, ਜੋ ਮੁਲਕ ਤੇ ਜਾਨ ਵਾਰਨ ਦੀ ਗੱਲ ਦੀ ਥਾਂ ਤੇ ਦੂਜਿਆਂ ਨੂੰ ਮਾਰਨਾ, ਦੂਜਿਆਂ ਨੂੰ ਪਾਉਣਾ ਤੇ ਉਹਦੇ ਵਿੱਚੋਂ ਆਨੰਦ ਲੈਣ ਲੱਗ ਜਾਣਾ, ਇਹ ਵਾਕਈ ਖਤਰਨਾਕ ਰੁਝਾਨ ਹੈ, ਜਿੱਥੇ ਇਹ ਸ਼ਾਇਦ ਮਾਪਿਆਂ ਨੂੰ ਖਿਆਲ ਨਹੀਂ ਆ ਰਿਹਾ ਕਿ ਅਲਟੀਮੇਟਲੀ ਉਹ ਵੀ ਉਹਨਾਂ ਤੇ ਹੀ ਇਹ ਗੱਲ ਆ ਕੇ ਟਿਕਣੀ ਜੇ। ਜਦੋਂ ਇਹਨਾਂ ਬੱਚਿਆਂ ਨੇ ਦਲੱਤੀ ਮਾਰ ਕੇ ਉਹਨਾਂ ਨੂੰ ਬਾਹਰ ਕਰ ਦੇਣਾ ਤੇ ਆਪ ਸਾਰਾ ਕੁਝ ਸਾਂਭ ਲੈਣਾ, ਜਾਂ ਉਹਨਾਂ ਨੂੰ ਹੀ ਕਤਲ ਕਰਕੇ ਉਹ ਪੈਸੇ ਘਰ ਦੇ ਵਿੱਚੋਂ ਹੀ ਭਾਲਣੇ ਚਾਹਣਗੇ, ਜਾਂ ਜ਼ਮੀਨ ਜਾਇਦਾਦ ਆਪਣੇ ਨਾਮ ਕਰਵਾਉਣੀ ਚਾਹਣਗੇ ਗੱਲ ਤੇ ਅੰਗੂਠਾ ਦੇ ਕੇ ਵੀ, ਉਹ ਚੀਜ਼ਾਂ ਸਾਰੀਆਂ ਇਸੇ ਥਾਂ ਤੋਂ ਹੀ ਸ਼ੁਰੂ ਹੋ ਰਹੀਆਂ ਨੇ।
ਜਿੱਥੇ ਅਸੀਂ ਉਹਨਾਂ ਨੂੰ ਜ਼ਿੰਦਗੀ ਜੀਣ ਦਾ ਸਬਕ ਨਹੀਂ ਸਿਖਾਇਆ, ਬਲਕਿ ਸਿਰਫ ਇੱਕ ਮੋਬਾਈਲ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਗਏ ਆ। ਸੋ ਇਹ ਖਤਰਨਾਕ ਰੁਝਾਨ ਵੀ ਨੇ। ਅਸੀਂ ਕਿੰਨੀਆਂ ਖਬਰਾਂ ਅਜਿਹੀਆਂ ਪੜ੍ਹੀਆਂ ਨੇ, ਅਸੀਂ ਕਿੰਨੀਆਂ ਅਜਿਹੀਆਂ ਖਬਰਾਂ ਸੁਣੀਆਂ ਨੇ ਕਿ ਬੱਚਿਆਂ ਨੇ ਗੇਮ ਦੇ ਚੱਕਰ ਵਿੱਚ 14-14 ਸਾਲ ਦੇ ਬੱਚੇ, 16-16 ਸਾਲ ਦੇ ਬੱਚੇ ਆਪਣੇ ਜਿਨ੍ਹਾਂ ਨੇ ਜਨਮ ਦਿੱਤਾ ਮਾਪਿਆਂ ਨੂੰ, ਉਹਨਾਂ ਦਾ ਹੀ ਕਤਲ ਕਰ ਦਿੱਤਾ। ਕੁਝ ਪੈਸਿਆਂ ਦੇ ਚੱਕਰ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ, ਨਸ਼ੇ ਦੇ ਚੱਕਰ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ। ਸੋ ਅਜਿਹੀ ਅਸੀਂ ਹਾਲਾਤ ਪੈਦਾ ਹੋ ਚੁੱਕੇ ਨੇ। ਭਵਿੱਖ ਤਾਂ ਕਿਹੋ ਜਿਹਾ ਇਸ ਤੋਂ ਵੀ ਬੱਤਰ ਹੋ ਸਕਦਾ, ਅਸੀਂ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਜੇਕਰ ਅੱਜ ਅਸੀਂ ਇਸ ਤੇ ਲਗਾਮ ਨਾ ਲਗਾਈ। ਜੇਕਰ ਲਗਾਮ ਦਾ ਗੱਲ ਆਂਦੀ ਹੈ, ਇਸ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ ਹੈ, ਕਿਸ ਤਰੀਕੇ ਦੇ ਨਾਲ ਇਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ? ਮਾਪਿਆਂ ਨੂੰ ਖਾਸ ਤੌਰ ਤੇ ਕਿਨ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ? ਦੇਖੋ, ਪਹਿਲਾਂ 2-3 ਚੀਜ਼ਾਂ ਸਮਝੀਏ। ਅੰਤਰਰਾਸ਼ਟਰੀ ਪੱਧਰ ਤੇ ਜੋ ਜਿਸ ਤਰੀਕੇ ਦਾ ਇੱਕ ਕ੍ਰਿਮੀਨਲ ਟ੍ਰੈਂਡ ਬੱਚਿਆਂ 'ਚ ਸ਼ੁਰੂ ਹੋਇਆ ਹੈ, ਇਹਦਾ ਜਰਾ ਕੁ ਰੇਸ਼ੋ ਸੁਣ ਲਓ। ਦੁਨੀਆ ਭਰ 'ਚ ਲਿਖਦੇ ਨੇ 63%। ਯਾਨੀ ਹਿਸਾਬ ਕਿਤਾਬ ਦੇਖੋ, 63% ਵਾਧਾ ਹੋਣਾ ਦੁਨੀਆ ਭਰ ਵਿੱਚ, ਉਹ ਵੀ ਜੁਵੇਨਾਈਲ ਕੇਸਿਸ ਦੇ ਵਿੱਚ, ਜਿੱਥੇ ਯਾਨੀ ਬੱਚੇ ਅਜੇ ਨਾਬਾਲਗ ਨੇ, ਉਹਨਾਂ ਵਿੱਚ ਕਿਸ ਤਰੀਕੇ ਦੀਆਂ ਐਡਿਕਸ਼ਨਸ ਨੇ, ਕਿਵੇਂ ਉਹਨਾਂ ਦੇ ਕ੍ਰਿਮੀਨਲ ਰੁਝਾਨ ਸ਼ੁਰੂ ਹੋਏ ਨੇ, ਸਾਰਾ ਕੁਝ ਵੇਖਦਿਆਂ ਬੜੀਆਂ ਸਟ੍ਰਿਕਟ ਕੁਝ ਚੀਜ਼ਾਂ ਤੇ ਦਿੱਤਾ ਗਿਆ ਜੋ ਜਿਸ ਦੇ ਬਾਰੇ ਸ਼ਾਇਦ ਅਸੀਂ ਧਿਆਨ ਹੀ ਨਹੀਂ ਦੇ ਰਹੇ। ਤੇ ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਕਿ ਖੋਜ ਪਬਲਿਸ਼ ਵੀ ਨਹੀਂ ਹੋਣ ਦਿੱਤੀ ਜਾ ਰਹੀ, ਕਿਉਂਕਿ ਮੇਨ ਇਹਦੇ ਵਿੱਚ ਬਹੁਤ ਭਾਰੀ ਪੈਸਾ ਇਨਵੋਲਡ ਹੈ, ਬਿਜ਼ਨਸ ਇਨਵੋਲਡ ਹੈ। ਇਸੇ ਕਾਰਨ ਪਹਿਲੀ ਤਾਂ ਗੱਲ ਇਹ ਕਰ ਦਿੱਤੀ ਗਈ ਹੈ ਕਿ ਬੱਚਿਆਂ ਦੇ ਹੱਥ ਅੱਧੇ ਘੰਟੇ ਤੋਂ ਵੱਧ ਕਿਸੇ ਵੀ ਹਾਲ ਵਿੱਚ ਮੋਬਾਈਲ ਜਾਂ ਇੰਟਰਨੈਟ ਦੇ ਨਾਲ ਉਹਦੇ ਨਹੀਂ ਉਹਨੂੰ ਜੋੜਨਾ ਚਾਹੀਦਾ। ਛੋਟੇ ਬੱਚੇ ਦੀ ਗੱਲ ਕਰ ਰਹੇ ਆ, ਤੇ ਇਸ ਵਿੱਚ ਸਪੈਸ਼ਲੀ ਕਿਹਾ ਗਿਆ ਕਿ ਉਹਨਾਂ ਲਈ ਖੇਡਾਂ ਜ਼ਰੂਰੀ ਲਾਜ਼ਮੀ ਕਰ ਦੇਣੀਆਂ ਚਾਹੀਦੀਆਂ ਨੇ। ਉਹਨਾਂ ਨੂੰ ਪੇਂਟਿੰਗਸ ਜਾਂ ਪੈਟਸ, ਆਪਣੇ ਪਾਲਤੂ ਜਾਨਵਰਾਂ ਦੇ ਨਾਲ ਉਹਨਾਂ ਨੂੰ ਜ਼ਰੂਰ ਖੇਡਣ ਦੇਣਾ ਚਾਹੀਦਾ, ਤਾਂ ਕਿ ਉਹਨਾਂ ਦੇ ਮਨਾਂ ਦੇ ਅੰਦਰ ਇੱਕ ਸਾਂਝ ਗੰਢਣ ਦੀ, ਦੂਜੇ ਪ੍ਰਤੀ ਤਰਸ ਦੀ ਭਾਵਨਾ ਉਜਾਗਰ ਹੋਵੇ। ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਫਿਰ ਉਹਨਾਂ ਨੂੰ ਤੁਸੀਂ ਬੂਟਿਆਂ ਦੇ ਵਿੱਚ ਕਿਸ ਤਰੀਕੇ ਉਹਨਾਂ ਨੇ ਗੋਡੀ ਕਰਨੀ ਹੈ, ਕਿਵੇਂ ਰੋਜ਼ ਆ ਪੱਤਾ ਪੁੰਗਰਿਆ, ਇੱਕ ਫੁੱਲ ਪੁੰਗਰਦਾ ਪਿਆ, ਇਹ ਚੀਜ਼ਾਂ ਦੀ ਜਿਵੇਂ ਜਿਵੇਂ ਉਹ ਬੱਚੇ ਨੂੰ ਕੁਦਰਤ ਨਾਲ ਜੋੜਾਂਗੇ, ਉਵੇਂ ਉਵੇਂ ਉਹਦੇ ਮਨ ਵਿੱਚ ਬੜਾ ਇੱਕ ਨਾਜ਼ੁਕ ਜਿਹਾ ਬੂਟਾ ਪੁੰਗਰਦਾ ਕਿ ਮੈਂ ਕਿਸੇ ਦਾ ਹੱਕ ਨਹੀਂ ਮਾਰਨਾ, ਕਿਸੇ ਨੂੰ ਮੈਂ ਅਗਾਂਹ ਵੱਧਦੇ ਫੁੱਲਦੇ ਵੇਖਣਾ, ਉਹਦੇ ਚੋਂ ਖੁਸ਼ੀ ਮਹਿਸੂਸ ਕਰਨੀ। ਤਾਂ ਉਹ ਖੁਸ਼ੀ ਜਿਹੜੀ ਉਹਦੇ ਇੱਕ ਫੁੱਲ ਦੇ ਖਿੜਨ ਦੇ ਨਾਲ ਜੋ ਡੋਪਾਮੀਨ ਉਹਦੇ ਸਰੀਰ ਅੰਦਰ ਨਿਕਲਣੀ ਸੀ, ਕਿੱਡਾ ਮਜ਼ਾ ਆਇਆ। ਮੈਂ ਗੋਡੀ ਕਰਦਾ ਸੀ, ਮੈਂ ਪਾਣੀ ਪਾਉਂਦਾ ਸੀ, ਮੈਂ ਦੇਖਿਆ ਮੇਰੇ ਕਰਕੇ ਫੁੱਲ ਖਿੜਿਆ, ਤੇ ਫਿਰ ਉਹਨੂੰ ਹੱਥ ਨਾਲ ਲਾਣ ਦੇਣਾ। ਤੇ ਦੂਜੇ ਪਾਸੇ ਕੋਈ ਵੀ ਬੰਦਾ ਲੰਘਦਾ ਜਾਂਦਾ, ਫੁੱਲ ਤੋੜੇ, ਕ੍ਰਸ਼ ਕੀਤੇ, ਸੁੱਟ ਦਿੱਤਾ, ਤੇ ਫਿਰ ਕੋਲੋਂ ਲੰਘਿਆ ਕਿਸੇ ਦੇ ਥੱਪੜ ਜੜ ਦਿੱਤਾ, ਕਿਸੇ ਤੋਂ ਅੱਗੇ ਲੰਘਣ ਦੇ ਚੱਕਰ ਵਿੱਚ ਰੋਡ ਰੇਸ ਵਿੱਚ ਗੋਲੀ ਮਾਰ ਦੇਣੀ। ਇਹ ਚੀਜ਼ਾਂ ਦੋਵਾਂ 'ਚ ਤੁਸੀਂ ਆਪ ਹੀ ਫਰਕ ਵੇਖੋ ਕਿ ਕਿੰਨਾ ਜ਼ਬਰਦਸਤ ਫਰਕ ਹੈ। ਅਸੀਂ ਆਪਣਾ ਬੱਚਾ ਬਣਾਉਣਾ ਕੀ ਚਾਹੁੰਦੇ ਆ, ਪਰ ਤੁਸੀਂ ਗੌਰ ਕਰੋ 63% ਬਹੁਤ ਭਾਰੀ, ਜਿਹਦਾ ਮਤਲਬ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਚੁੱਕਾ, ਪਰ ਨਾਮੁਮਕਿਨ ਨਹੀਂ। ਤਾਂ ਪਹਿਲਾ ਰੋਲ ਜਿੱਥੇ ਮਾਪਿਆਂ ਦਾ ਸ਼ੁਰੂ ਹੁੰਦਾ ਕਿ ਉਹਨੂੰ ਮੋਬਾਈਲ ਤੋਂ ਪਰਾਂ ਕਰਨ, ਉਹਨੂੰ ਅਸਲ ਜ਼ਿੰਦਗੀ ਵਿੱਚ ਝਾਤ ਮਰਵਾਉਣ, ਕੀ ਚਫੇਰੇ ਹੋ ਰਿਹਾ ਹੈ, ਦੋਸਤਾਂ ਮਿੱਤਰਾਂ ਨਾਲ ਹੱਸਣ ਖੇਡਣ ਲਈ ਭੇਜਣ। ਉੱਥੇ ਬਹੁਤ ਅਹਿਮ ਹੈ ਕਿ ਸਕੂਲ ਦੇ ਵਿੱਚ, ਕਿਉਂਕਿ ਕਾਲਜ ਜਾਂਦੇ ਜਾਂਦੇ ਤਾਂ ਬਹੁਤ ਲੇਟ ਹੋ ਗਿਆ, ਸਕੂਲਾਂ ਦੇ ਵਿੱਚ ਕਿਸ ਤਰੀਕੇ ਦੀ ਸਿੱਖਿਆ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ। ਕੋਵਿਡ ਨੇ ਦਰਅਸਲ ਸਾਡਾ ਜਿਹੜਾ ਨਾਸ ਮਾਰ ਦਿੱਤੀਆਂ, ਜਿੱਥੇ ਸਾਰਾ ਕੁਝ ਆਨਲਾਈਨ ਹੋ ਗਿਆ। ਹੁਣ ਜਿਵੇਂ ਨਾਰਮਲ ਹੋ ਰਿਹਾ, ਤਾਂ ਟੀਚਰਸ ਨੂੰ ਚਾਹੀਦਾ ਕਿ ਇਹ ਮੋਬਾਈਲ ਰਾਹੀਂ ਹੋਮਵਰਕ ਦੇਣੇ ਜਾਂ ਉੱਥੋਂ ਕਰਨਾ ਬੰਦ ਕਰਾ ਕੇ ਉਹਨਾਂ ਨੂੰ ਥੋੜਾ ਜਿਹਾ ਉਸਾਰੂ ਰੁਝਾਨ ਵੱਲ ਪਾਉਣ, ਕਿ ਕਿਸ ਤਰੀਕੇ ਉਹਨਾਂ ਨੇ ਇੱਕ ਦੂਜੇ ਦੀ ਮਦਦ ਕਰਕੇ, ਯਾਨੀ ਕਹੋ ਵੀ ਇਹ 4 ਜਣੇ ਗਰੁੱਪ ਬਣਾ ਕੇ ਇੱਕ ਦੂਜੇ ਦੀ ਕਿਸ ਤਰੀਕੇ ਤੁਸੀਂ ਪੋਜ਼ਿਟਿਵ ਚੀਜ਼ ਤਿਆਰ ਕਰਨੀ ਹੈ। ਯਾਨੀ ਕੋਈ ਵੀ ਇਹੋ ਜਿਹੀ ਕੈਂਪੇਨ ਦੇ ਦੇਣੀ ਜਿਹੜੇ ਗਰੁੱਪ ਦੇ ਵਿੱਚ ਹੋਣੀ ਹੈ। तो ग्रुप एक्टिविटीज ਦੇ ਬਾਰੇ ਇੱਕ ਤਾਂ ਜ਼ੋਰ ਪਾਇਆ ਜਾ ਰਿਹਾ ਕਿ ਬੱਚੇ ਨੂੰ ਦੂਜੇ ਨਾਲ ਕਿਸ ਤਰੀਕੇ ਵਰਤਣਾ ਉਹ ਸਮਝ ਆਵੇ, ਇੱਕ ਦੂਜੇ ਨਾਲ ਸਿਰਫ ਰੇਸ ਵਿੱਚ ਸ਼ਾਮਲ ਨਹੀਂ ਕਰਾਣਾ। ਸੋ ਉਹਨਾਂ ਨੂੰ ਕਿਵੇਂ ਇੱਕ ਪੋਜ਼ਿਟਿਵ ਐਟੀਟਿਊਡ ਦੇ ਵਿੱਚ ਲੈ ਕੇ ਜਾਣਾ, ਬੱਚਿਆਂ ਨੂੰ ਕਿਸ ਤਰੀਕੇ ਉਹਨਾਂ ਨੂੰ ਸਮਝਾਣਾ ਹੈ ਕਿ ਜਿਹੜੀ ਚੀਜ਼ ਤੁਸੀਂ ਕਰੋਗੇ ਉਹਦੇ ਰੀਪਰਕਸ਼ਨਸ ਕੀ ਹੋਣੀਆਂ। ਜੇ ਤੁਸੀਂ ਥੱਪੜ ਇੱਕ ਨੂੰ ਮਾਰੋਗੇ, 4 ਵਾਪਸ ਮਾਰਨ ਕਿਹੋ ਜਿਹਾ ਲੱਗਦਾ। ਤਾਂ ਜਿਸ ਤਰੀਕੇ ਦਾ ਤੁਸੀਂ ਆਪਣੇ ਨਾਲ ਚਾਹੁੰਦੇ ਹੋ ਤੁਹਾਡੇ ਨਾਲ ਵਾਪਰੇ, ਉਸੇ ਤਰ੍ਹਾਂ ਦੂਜੇ ਨਾਲ ਕਰਨਾ ਸਿੱਖੋ। ਸੋ ਉਹਨਾਂ ਨੂੰ ਕਿਸ ਤਰੀਕੇ ਮੈਨਰ ਸਿਖਾਉਣੀਆਂ ਨੇ, ਕਿਸ ਤਰੀਕੇ ਉਹਨਾਂ ਨੂੰ
ਇਹੋ ਜਿਹਾ ਸਬਕ ਕਿ ਤੁਸੀਂ ਵੱਡਿਆਂ ਦੀ ਇੱਜ਼ਤ ਕਰਨੀ ਹੈ, ਕਿਵੇਂ ਯਾਨੀ ਜ਼ਿੰਦਗੀ ਵਿੱਚ ਅਗਾਂਹ ਵਧਣਾ ਹੁੰਦਾ ਹੈ, ਏਮ ਕੀ ਤੁਹਾਡੇ ਹੋਣੇ ਚਾਹੀਦੇ ਨੇ, ਕਿਵੇਂ ਆਪਣੇ ਤੋਂ ਨੀਵੇਂ ਨਾਲ ਹੀਨ ਭਾਵਨਾ ਦੀ ਥਾਂ ਪਿਆਰ ਨਾਲ ਪੇਸ਼ ਆਓ, ਕਿਵੇਂ ਤੁਹਾਡੇ ਤੋਂ ਵੱਡਾ ਹੈ ਤਾਂ ਕਿਵੇਂ ਉਹਦੀ ਇੱਜ਼ਤ ਕਰਨੀ ਹੈ। ਯਾਨੀ ਬਹੁਤ ਨਿੱਕੀਆਂ ਨਿੱਕੀਆਂ ਬਿਲਕੁਲ ਗੱਲਾਂ ਨੇ, ਪਰ ਜਦੋਂ ਇਹਨਾਂ ਤੇ ਅਸੀਂ ਕੇਂਦਰਿਤ ਕਰਕੇ ਵੇਖੀਏ, ਬੱਚੇ ਨੂੰ ਇੱਕ ਬਹੁਤ ਖੂਬਸੂਰਤ ਅਗਾਂਹ ਤੁਰਨ ਲਈ ਇੱਕ ਸ਼ਖਸੀਅਤ ਪੈਦਾ ਕਰ ਦਿੰਦਾ ਜੇ। ਯਾਨੀ ਉੱਥੇ ਬੱਚਿਆਂ ਨੂੰ ਇਹ ਦਿੱਤਾ ਹੋਵੇ ਕਿ ਭਈ ਆਹ 10 ਤੁਹਾਡੇ ਬੂਟੇ ਨੇ, ਆਹ 10 ਇਹਨਾਂ ਦੇ ਬੂਟੇ ਨੇ, ਗਰੁੱਪ ਨੇ ਦੇਖਣਾ ਕਿਹਦੇ ਸਭ ਤੋਂ ਸੋਹਣੇ ਬੂਟੇ ਨਿਕਲਦੇ ਨੇ, ਜਰਾ ਦੇਖੋ ਤਾਂ ਸਹੀ ਕਿੰਨੀ ਮਿਹਨਤ ਕਰਨਗੇ ਉਹ ਬੱਚੇ ਕਿ ਅਸੀਂ ਇਹਨਾਂ ਨੂੰ ਅਗਾਂਹ ਲਿਜਾਣਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਵੀ ਅੱਜ ਸੜਕ ਤੇ ਦੇਖਾਂਗੇ ਕਿਸ ਨੇ ਕਿੰਨੇ ਲੋੜਵੰਦਾਂ ਦੀ ਮਦਦ ਕੀਤੀ, ਤੇ ਕੱਲ ਨੂੰ ਦੱਸਿਓ ਜਾਂ ਹਫ਼ਤੇ ਬਾਅਦ ਸਾਨੂੰ ਦੱਸਿਓ ਇਸ ਪੂਰੇ ਗਰੁੱਪ ਨੇ ਕੀ ਕੀਤਾ। ਨਹੀਂ, ਉਹ ਇਕੱਲੇ ਦੇ ਨਾਂ ਤੇ ਨਹੀਂ ਕਰਨਾ, ਇੱਕ ਗਰੁੱਪ ਨੂੰ ਇਹੋ ਜਿਹਾ ਕੰਮ ਦਿੱਤਾ ਜਾਏ ਤਾਂ ਕਿ ਬੱਚੇ ਵੀ ਸ਼ਾਮ ਨੂੰ ਵੀ ਹੋਣ ਕਿ ਅਸੀਂ ਜੀ ਅੱਛਾ ਫਲਾਣਾ ਸੀ, ਕੋਈ ਸੜਕ ਨਹੀਂ ਸੀ ਕ੍ਰਾਸ ਕਰ ਰਿਹਾ ਸੀ ਉਹਨੂੰ ਕਰਵਾ ਦਿੱਤੀ, ਜਾਂ ਕੋਈ ਲੋੜਵੰਦ ਸੀ ਉਹਨੂੰ ਕੁਝ ਵੀ ਨਹੀਂ ਸੀ ਅਸੀਂ ਜੀ 2 ਸੇਬ ਲੈ ਕੇ ਦੇ ਦਿੱਤੇ, ਉਹ ਭੁੱਖਾ ਸੀ, ਜਾਂ ਕੋਈ ਬੱਚਾ ਇਹ ਪੜ੍ਹਨ ਯੋਗ ਨਹੀਂ ਸੀ ਉਹਦੇ ਕੋਲ ਕੋਈ ਵੀ ਪੈਸਾ ਨਹੀਂ ਸੀ, ਅਸੀਂ ਕਿਤਾਬ ਲੈ ਕੇ ਦੇ ਦਿੱਤੀ। ਜਦੋਂ ਇਹੋ ਜਿਹੀਆਂ ਐਕਟੀਵਿਟੀਜ਼ ਸਾਹਮਣੇ ਆਉਣਗੀਆਂ, ਇਹ ਬੱਚਿਆਂ ਵਿੱਚ ਵਾਕਈ ਤਬਦੀਲੀ ਦਿਸੇਗੀ ਕਿ ਘਰਾਂ ਦੇ ਅੰਦਰ ਮੋਬਾਈਲ ਗੇਮਸ ਖੇਡਣ ਦੀ ਥਾਂ ਬਾਹਰ ਨਿਕਲਣ, ਕੁਝ ਕਰਨ, ਜੋ ਸਮਾਜ ਵਿੱਚ ਇੱਕ ਪੋਜ਼ਿਟਿਵ ਅਰੀਨਾ ਸਾਡੇ ਚੁਫੇਰੇ ਇੱਕ ਪੋਜ਼ਿਟਿਵ ਵੇਵ ਦਿਸਣੀ ਸ਼ੁਰੂ ਹੋਵੇ। ਬਿਲਕੁਲ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਮੈਮ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹ ਅਸੀਂ ਡਿਸਾਈਡ ਕਰਨਾ ਹੈ ਕਿ ਸਮਾਜ ਨੂੰ ਇੱਕ ਚੰਗਾ ਇਨਸਾਨ ਦੇਣਾ ਹੈ ਜਾਂ ਮਾੜਾ ਇਨਸਾਨ ਦੇਣਾ ਹੈ, ਕਿਉਂਕਿ ਮਾਪਿਆਂ ਤੇ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ। ਮੰਨਦੇ ਆ ਕਿ ਅੱਜ ਦੀ ਰੋਜ਼ਮਰਾ ਦੀ ਜ਼ਿੰਦਗੀ ਬਹੁਤ ਹੈਕਟਿਕ ਸਕੇਡਿਊਲ ਹੈ, 2 ਜਣਿਆਂ ਨੂੰ ਮਾਪਿਆਂ ਨੂੰ ਦੋਹਾਂ ਨੂੰ ਬਾਹਰ ਨਿਕਲਣਾ ਪੈਂਦਾ ਕਮਾਉਣ ਦੇ ਲਈ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਲਈ, ਉਹਨਾਂ ਦਾ ਚੰਗਾ ਭਵਿੱਖ ਬਣਾਉਣ ਦੇ ਲਈ। ਲੇਕਿਨ ਭਵਿੱਖ ਤੁਹਾਡਾ ਤਾਈਓ ਚੰਗਾ ਹੋਵੇਗਾ ਜੇਕਰ ਤੁਹਾਡੀ ਔਲਾਦ ਚੰਗੇ ਪਾਸੇ ਨੂੰ ਜਾਏਗੀ। ਔਰ ਹਰ ਮਾਪੇ ਸੰਸਕਾਰ ਤਾਂ ਵਧੀਆ ਦਿੰਦੇ ਨੇ, ਲੇਕਿਨ ਅੱਜ ਸਮਾਂ ਆਪਣੇ ਬੱਚਿਆਂ ਦੇ ਨਾਲ ਬੈਠਦਾ, ਭਾਵੇਂ ਰਾਤੀ 8 ਵਜੇ 9 ਵਜੇ ਥੱਕੇ ਹਾਰੇ ਆ ਰਹੇ ਹੋ, ਲੇਕਿਨ ਅੱਧਾ ਘੰਟਾ 1 ਘੰਟਾ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ। ਉਹਨਾਂ ਤੋਂ ਸਾਰੇ ਦਿਨ ਦੀ ਦਿਨਚਰਿਆ ਪੁੱਛੋ, ਉਹਨਾਂ ਦਾ ਨਾਲ ਹੱਸੋ ਖੇਡੋ, ਘਰ ਦੇ ਵਿੱਚ ਬੈਠੋ। ਔਰ ਜਿਹੜਾ ਇੱਕ ਦਿਨ ਵੀਕ ਆਫ ਦਾ ਦਿਨ ਹੁੰਦਾ ਹੈ, ਉਹ ਪੂਰੇ ਪਰਿਵਾਰ ਦਾ ਦਿਨ ਹੋਣਾ ਚਾਹੀਦਾ, ਤਾਂ ਕਿ ਅਸੀਂ ਸੱਚਮੁੱਚ ਸਮਾਜ ਦੇ ਵਿੱਚ ਇੱਕ ਚੰਗਾ ਇਨਸਾਨ ਦੇ ਸਕੀਏ। ਔਰ ਮਾਵਾਂ ਦਾ ਸਭ ਤੋਂ ਵੱਡਾ ਰੋਲ ਕਿਤੇ ਨਾ ਕਿਤੇ, ਕਿਉਂਕਿ ਸਿਰਜਣਹਾਰੀ ਹੈ, ਪੂਰੀ ਸ੍ਰਿਸ਼ਟੀ ਨੂੰ ਰਚਦੀ ਹੈ, ਔਰ ਜਿਹੜੀ ਸ੍ਰਿਸ਼ਟੀ ਨੂੰ ਰਚਦੀ ਹੈ ਉਸਨੇ ਤਾਂ ਸਮਾਜ ਫਿਰ ਚੰਗਾ ਹੀ ਰਚਣਾ ਹੈ। ਔਰ ਰੱਬ ਤੋਂ ਬਾਅਦ ਇਹ ਤਾਕਤ ਮਾਵਾਂ ਨੂੰ, ਔਰਤਾਂ ਨੂੰ ਦਿੱਤੀ ਗਈ ਹੈ। ਸੋ ਸਾਡੇ ਹੱਥਾਂ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਮੈਮ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਂਦੇ ਇੱਕ ਸੁਨੇਹਾ ਦੇ ਜਾਵਾਂ ਕਿ ਸਾਰਾ ਕੁਝ ਕਰਨ ਤੋਂ ਪਹਿਲਾਂ ਮਾਵਾਂ ਨੂੰ ਤੇ ਪਿਓਆਂ ਨੂੰ ਆਪਣਾ ਵੀ ਮੋਬਾਈਲ ਦੇ ਉੱਤੇ ਜੋ ਸਮਾਂ ਬਿਤਾ ਰਹੇ ਨੇ, ਜੋ WhatsApp ਦੇ ਉੱਤੇ ਜਾਂ Facebook ਤੇ ਲੱਗੇ ਰਹਿੰਦੇ ਨੇ, ਉਹਦੇ ਚੋਂ ਸਮਾਂ ਕੋਸ਼ਿਸ਼ ਕਰੋ ਵੀ ਇਹ ਜ਼ਿੰਦਗੀ ਸੀਮਤ ਹੈ ਤੇ ਉਹਦੇ ਵਿੱਚ ਜੋ ਕੁਝ ਕਰ ਗੁਜ਼ਰਾਂਗੇ ਕਿਸੇ ਹੋਰ ਲਈ ਉਹੀ ਚੀਜ਼ਾਂ ਚੇਤੇ ਰਹਿ ਜਾਣੀਆਂ। ਜੇ ਕਿਸੇ ਨੇ ਨਹੀਂ ਪੁੱਛਣਾ ਉਹ ਫਲਾਣਾ ਮਰਿਆ ਜੀ, ਉਹਦਾ 18 ਘੰਟੇ ਮੋਬਾਈਲ ਵੇਖਦਾ ਰਹਿੰਦਾ ਸੀ, ਕੁਝ ਵੀ ਉਹਦੇ ਨਾਲ ਨਹੀਂ ਹਾਸਲ ਹੋਣਾ। ਸੋ ਕੋਸ਼ਿਸ਼ ਪਹਿਲਾਂ ਆਪਣੀ ਸੋਚ ਵਿੱਚ ਤਬਦੀਲੀ ਲਿਆਈ। ਬਿਲਕੁਲ 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 ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਬੱਚੇ ਮਾਪਿਆਂ ਨੂੰ ਵੇਖ ਕੇ ਹੀ ਸਿੱਖਦੇ ਨੇ। ਜੋ ਤੁਸੀਂ ਕਰੋਗੇ ਉਹੀ ਅੱਗੇ ਔਲਾਦ ਕਰੇਗੀ। ਸੋ ਔਲਾਦ ਨੂੰ ਇੱਕ ਚੰਗਾ ਸੁਨੇਹਾ ਦੇਣਾ ਮਾਪਿਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਨਾਂ ਦੇ ਲਈ ਇੱਕ ਐਗਜ਼ਾਮਪਲ ਬਣੀ, ਉਹ ਦੁਨੀਆ ਦੇ ਲਈ ਇੱਕ ਐਗਜ਼ਾਮਪਲ ਬਣਨਗੇ। ਸੋ ਮੈਮ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਸਾਂਝੀ ਗੱਲਬਾਤ ਦੀ ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਆਏ ਦੇਸ਼ ਵਿਦੇਸ਼ ਦੀ तमाम ਖਬਰਾਂ ਦੇ ਲਈ ਤੇ ਹੋਰ ਪ੍ਰੋਗਰਾਮਾਂ ਦੇ ਲਈ ਤੁਸੀਂ ਜੁੜੇ ਰਹੋ ਸਾਂਝਾ ਟੀਵੀ ਦੇ ਨਾਲ। ਮੈਂ ਦੋ ਇਜਾਜ਼ਤ। ਸਤਿ ਸ਼੍ਰੀ ਅਕਾਲ।